ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ। ਦਲ ਭੰਜਨ ਵੱਡੇ ਯੋਧੇ ਪਰਉਪਕਾਰੀ ਛਠਮ ਪੀਰ ਮੀਰੀ ਪੀਰੀ ਦੇ ਮਾਲਿਕ ਸੱਚਾ ਪਾਤਸ਼ਾਹ ਧੰਨ 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 ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਕਰਤਾਰਪੁਰ ਸਾਹਿਬ ਜੀ ਦੀ ਪਾਵਨ ਸਥਲੀ 'ਤੇ ਆਪ ਜੀ ਬਿਰਾਜਮਾਨ ਹਾਂ। ਇਹਨਾਂ ਹੀ ਦਿਨਾਂ ਵਿੱਚ ਤੁਰਕੜਾ ਪੈਂਦੇ ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ। ਹਰਾਮ ਖੋਰ ਹੋਇਆ ਤੇ ਲੂਣ ਹਰਾਮ ਨਮਕ ਹਰਾਮੀ ਹੋਇਆ। ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ। ਲਾਹਾ ਮਾਇਆ ਕਾਰਨੇ ਦਹ ਦਿਸ ਢੂੰਡਣ ਜਾਏ ਦੇਵਨਹਾਰ ਦਾ ਤਾਰ ਪ੍ਰਭ ਨਿਮਖ ਨਾ ਮਨਹਿ ਬਸਾਏ। ਇਸ ਅਵਸਥਾ ਦਾ ਉਹ ਮਾਲਕ ਹੋਇਆ। ਮਹਾਰਾਜ ਜੀ ਦੇ ਉੱਪਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਜ਼ਾਤ ਭਾਈ ਤੁਰਕੜੇ ਤੇ ਮੰਗੋਲ ਵਿਦੇਸ਼ੀ ਧਾੜ ਵੀ ਲੈ ਕੇ ਉਹ ਧਾਵੀ ਹੋਇਆ ਹੈ। ਗਰੀਬ ਨਿਵਾਜ ਮਹਾਰਾਜ ਜੀ ਨੇ ਉਹਨਾਂ ਸੁਣਿਆ ਮਹਾਰਾਜ ਜੀ ਦੇ ਮਰ ਜੀ ਬੜੇ ਗੁਰਸਿੱਖ ਜਾਨਾਂ ਹੁੱਲਣ ਵਾਲੇ ਆਪਣੇ ਆਪੇ ਨਿਸ਼ਾਵਰ ਕਰਨ ਵਾਲੇ ਆਪਣੀਆਂ ਜਿੰਦਾਂ ਕੁਰਬਾਨ ਕਰਨ ਵਾਲੇ ਇਹ ਜਨਮਤ ਮਾਰੇ ਲੇਖੇ ਲਾਉਣ ਵਾਲੇ ਗੁਰੂ ਕੇ ਗੁਰਸਿੱਖ ਸਨੱਧਬੱਧ ਹੋ ਗਏ ਨੇ ਇਹਨਾਂ ਦੀ ਆਓ ਭਗਤ ਦੇ ਵਾਸਤੇ। ਇਹਨੇ ਆਪਣੀ ਫੌਜ ਨੂੰ 4 ਹਿੱਸਿਆਂ ਵਿੱਚ ਵੰਡਿਆ ਹੈ। ਅਨਵਰ ਖਾਨ ਹੈ, ਇਹਦਾ ਦਾਮਾਦ ਸਕਾ ਜਵਾਈ ਉਸਮਾਨ ਖਾਨ ਹੈ, ਇੱਕ ਪਾਸੇ ਪੈਂਦਾ ਆਪ ਹੈ ਤੇ ਚੌਥੇ ਪਾਸੇ ਕਾਲੇ ਖਾਨ ਹੈ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਆਪਣੇ ਗੁਰਸਿੱਖਾਂ ਨੂੰ ਭਾਈ ਲੱਖੂ ਜੀ ਸਾਹਿਬ ਭਾਈ ਅਮੀਆਂ ਜੀ ਸਾਹਿਬ ਆਦਿਕ ਇਹਨਾਂ ਗੁਰਸਿੱਖਾਂ ਭਾਈ ਮਹਿਰਾ ਜੀ ਸਾਹਿਬ ਔਰ ਚੌਥੇ ਪਾਸੇ ਮਹਾਰਾਜ ਜੀ ਨੇ ਆਪ ਔਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਦੇ ਤਹਿਤ ਆਪ ਜੀ ਤਿਆਰ ਬਰ ਤਿਆਰ ਖੜੇ ਹਨ। ਨਗਰ ਨੂੰ ਚਫੇਰਿਓ ਇਹਨਾਂ ਨੇ ਘੇਰਾ ਪਾਇਆ ਹੈ ਤੇ ਮਹਾਰਾਜ ਗਰੀਬ ਨਿਵਾਜ ਜੀ ਦੇ ਗੁਰਸਿੱਖ ਵੀ ਇਹਨਾਂ ਦੀ ਆਓ ਭਗਤ ਦੇ ਵਾਸਤੇ ਐਨ ਤਤਪਰ ਹਨ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਭਾਈ ਲੱਖੂ ਜੀ ਸਾਹਿਬ ਜੀ ਦੀ ਕੁਰਬਾਨੀ ਔਰ ਉਹਨਾਂ ਦੀ ਸ਼ਹਾਦਤ ਮੈਦਾਨੇ ਜੰਗ ਵਿੱਚ ਜੂਝਣਾ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਇਹ ਜੋ ਦਿਨ ਦਿਹਾੜਾ ਹੈ ਵਿਸ਼ੇਸ਼ ਹੈ ਕਿਉਂਕਿ ਇੱਥੇ ਹੁਣ ਜੋ ਇਤਿਹਾਸ ਹੈ ਉਹ ਹਾਲਾਤ ਜੰਗ ਵਿੱਚ ਹੈ ਔਰ ਇਸੇ ਪ੍ਰਕਾਰ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਗੁਰਸਿੱਖ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਆ ਮੈਦਾਨੇ ਜੰਗ ਵਿੱਚ ਆਉਂਦੇ ਨੇ ਔਰ ਅਨਵਰ ਮੌਤ ਨੂੰ ਆਪਣੇ ਅੰਜਾਮ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਸਤਿਗੁਰਾਂ ਦੀ ਕਥਾ ਲੜੀਵਾਰ ਰੂਪ ਦੇ ਵਿੱਚ ਆ ਰਹੀ ਆ ਉਹ ਜਿਤਨੇ ਵੀ ਮਾਈ ਭਾਈ ਬਿਰਧ ਵਾਲੇ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦਮੋਂ ਸਭਾਇਮਾਨ ਹੋकर ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰਦਰਸ਼ਨ ਦੂਰ ਸਰਵਣ ਭਾ ਮੀਡੀਆ ਦੇ ਜ਼ਰੀਏ ਮਹਾਰਾਜ ਦੀ ਕਥਾ ਦੇ ਨਾਲ ਜੁੜ ਰਹੇ ਹੋ। ਭਾਈ ਇਕਾਗਰਤਾ ਬਣਾਓ। ਨਿੱਕੇ ਨਿੱਕੇ ਪਿਆਰੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖਿਓ। ਮੋਬਾਈਲ ਫੋਨ ਖਾਸ ਕਰਕੇ ਬੰਦ ਜਾਂ ਸਾਇਲੈਂਟ 'ਤੇ ਲਾਓ। ਭਾਵ ਇਕਾਗਰਤਾ ਬਣਾਓ। ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਇਮ ਚਹੁ ਦਿਸ ਮੈਂ ਗੋਲ ਤਲ ਸੰਗ ਲਿਏ ਸਰਦਾਰ। ਇਸ ਤਰ੍ਹਾਂ ਗਰੀਬ ਨਿਵਾਜ ਮਹਾਰਾਜ ਜੀ ਦੇ ਮੁਕਾਬਲੇ ਚੜ੍ਹ ਕੇ ਆਏ ਹੋਏ ਕਾਲੇ ਖਾਨ ਦੀ ਅਗਵਾਈ ਵਿੱਚ ਇਹ 4 ਬਹਾਦਰਾਂ ਨੇ ਚਫੇਰੇ ਗੋਲਾਕਾਰ ਦਾ ਘੇਰਾ ਕਰਤਾਰਪੁਰ ਸਾਹਿਬ ਨੂੰ ਦੁਆਬੇ ਨੂੰ ਬੜੇ ਬੜੇ ਦੂਰ ਦਰਾਜ਼ ਤੋਂ ਹੀ ਪਾ ਲਿਆ। ਚਹਤ ਬਰਨ ਕੋ ਜੋਰ ਤੇ ਸਭ ਸ੍ਰੀਪੁਰ ਕਰਤਾਰ। ਜਿਵੇਂ ਤੁਰਕੜੇ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਹੋਏ ਇਹ ਜ਼ੋਰ ਦੇ ਨਾਲ ਜ਼ਬਰ ਦੇ ਨਾਲ ਕਰਤਾਰਪੁਰ ਸ਼ਹਿਰ ਦੇ ਨੂੰ ਤਬਾਹੋ ਬਰਬਾਦ ਕਰਨ ਵਾਸਤੇ ਨੇਸਤੋ ਨਾਬੂਦ ਕਰਨ ਵਾਸਤੇ ਫਤਹ ਕਰਨ ਵਾਸਤੇ ਸ਼ਹਿਰ ਵਿੱਚ ਵੜਨਾ ਚਾਹੁੰਦੇ ਨੇ ਪਰ ਸੌਖਾ ਨਹੀਂ ਹੈ ਇਹਨਾਂ ਦੇ ਵਾਸਤੇ। ਤੋਮਰ ਛੰਦ ਗਹ ਤੀਰ ਤੋਮਰ ਫੇਰ ਤੁਰਕਾਨ ਕੋ ਹੱਥ ਗੇਰ। ਇਸ ਤਰ੍ਹਾਂ ਆਪਣੇ ਹੱਥਾਂ ਵਿੱਚ ਤੀਰ ਤੋਮਰ ਬਰਛੇ
ਔਰ ਇਸ ਪ੍ਰਕਾਰ ਲੈ ਕੇ ਹਥਿਆਰ ਲੈ ਕੇ ਅੱਗੇ ਨੂੰ ਵਧੇ ਹਨ। ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਗੁਰਸਿੱਖਾਂ ਨੇ ਇਹਨਾਂ ਨੂੰ ਆਉਂਦਿਆਂ ਹੋਇਆਂ ਤੱਕਿਆ, ਹੱਥਾਂ ਵਿੱਚ ਤੀਰ ਤੇ ਤੋਮਰ ਬਰਛੇ ਦੇਖੇ, ਦੇਖਦਿਆਂ ਸਾਰੇ ਟੁੱਟ ਕੇ ਪੈ ਗਏ ਨੇ ਔਰ ਇਹ ਮੈਦਾਨੇ ਜੰਗ ਵਿੱਚ ਧੜਾ ਧੜ ਡਿੱਗ ਰਹੇ ਹਨ। ਮਹਿਰਾ ਮਹਾਵੀਰ ਅਮੀਆਂ ਸਹਾਇਕ ਧੀਰ। ਕਹਿੰਦੇ ਇਸ ਤਰ੍ਹਾਂ ਗਰੀਬ ਨਿਵਾਜ ਮਹਾਰਾਜ ਜੀ ਦੇ ਗੁਰਸਿੱਖ ਭਾਈ ਮਹਿਰਾ ਜੀ ਸਾਹਿਬ, ਭਾਈ ਅਮੀਆਂ ਜੀ ਸਾਹਿਬ, ਜੋ ਬੜੇ ਧੀਰਜ ਵਾਲੇ, ਮੈਦਾਨੇ ਜੰਗ ਵਿੱਚ ਵੀ ਆਪਣਾ ਹੌਸਲਾ ਨਹੀਂ ਹਾਰਦੇ ਹਨ, ਮੈਦਾਨੇ ਜੰਗ ਵਿੱਚ ਵੀ ਬੜੇ ਧੀਰਜ ਵਿੱਚ ਹਨ। ਗੁਰ ਕੋ ਪ੍ਰਤਾਪ ਵਿਸਾਲ ਕਰ ਜੰਗ ਕੋਪ ਕਰਾਲ। ਕਵੀ ਜੀ ਕਹਿੰਦੇ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦਾ ਪ੍ਰਤਾਪ ਗੁਰੂ ਕੀ ਸਰਪ੍ਰਸਤੀ ਹੈ, ਗੁਰੂ ਕੀ ਦੇਖ ਰੇਖ ਹੈ, ਗੁਰੂ ਕੀ ਅਨਾਇਤ ਹੈ ਇਹਨਾਂ ਦੇ ਉੱਪਰ, ਗੁਰੂ ਕਾ ਛਾਇਆ ਹੈ। ਇਸ ਕਰਕੇ ਫਿਕਰ ਨਹੀਂ ਕਰਦੇ, ਬੜੇ ਹੌਸਲੇ ਵਿੱਚ ਹਨ। ਅਸਮਾਨ ਖਾਨ ਮਹਾਨ ਜੈ ਠਾਂਡ ਮਾਰਤ ਬਾਨ। ਜਿੱਥੇ ਅਸਮਾਨ ਖਾਨ ਖੜਿਆ ਹੋਇਆ ਸੀਗਾ, ਕਿਰਤ ਘਣ ਪੈਂਦੇ ਖਾਨ ਦਾ ਸਕਾ ਦਾਮਾਦ, ਤੇ ਖੜ ਕੇ ਆਪਣੇ ਤੀਰਾਂ ਦਾ ਗੁਰਸਿੱਖਾਂ ਨੂੰ ਸ਼ਿਕਾਰ ਬਣਾ ਰਿਹਾ ਸੀ। ਜਹ ਸੰਗ ਦੂਤ ਸਹਾਏ ਜਿਨ ਮਾਰ ਪੂਰਬ ਖਾਏ। ਉਹਦੇ ਨਾਲ ਇੱਕ ਖੋਜ਼ਾਨਵਰ ਦੂਤ ਹੈ, ਇਹ ਪਹਿਲਾਂ ਵੀ ਮਹਾਰਾਜ ਜੀ ਦੀ ਫੌਜ ਵਿੱਚ ਮੁਖਬਰੀ ਕਰਿਆ ਕਰਦਾ ਸੀ, CID ਕਰਿਆ ਕਰਦਾ ਸੀਗਾ, ਜਿਹਨੂੰ ਗੁਰੂ ਕੇ ਗੁਰਸਿੱਖਾਂ ਨੇ ਕੁੱਟ ਕੇ ਮਾਰ ਕੇ ਭਜਾਇਆ ਸੀ। ਇਸ ਤੋਂ ਪਿਛਲੀ ਕਥਾ ਵਿੱਚ ਆਪ ਜੀ ਨੇ ਸੁਣਿਆ ਹੋਵੇਗਾ, ਉਹ ਅਸਮਾਨ ਖਾਨ ਦੇ ਨਾਲ ਹੈ। ਬਿਨ ਲਾਜ ਮੂਰਖ ਫੇਰ ਗੁਰ ਸੋਚ ਹੈ ਪਟ ਭੇਰ। ਕਵੀ ਕਹਿੰਦੇ ਸ਼ਰਮ ਤੇ ਹਯਾ ਤੇ ਇਹਦੇ ਨਸੀਬਾਂ 'ਚ ਅੱਲਾਹ ਪਾਕ ਨੇ ਲਿਖੀ ਨਹੀਂ ਹੈ। ਐਡਾ ਬੇਸ਼ਰਮ ਆ, ਕੁੱਟ ਖਾ ਕੇ ਫਿਰ ਵੀ ਮਹਾਰਾਜ ਜੀ ਦੇ ਸਨਮੁਖ ਆ ਗਿਆ। ਸ਼ਾਇਦ ਕੋਈ ਕਸਰ ਰਹਿ ਗਈ ਸੀਗੀ ਅਜੇ। ਇਸ ਦੋਨ ਮੈਂ ਸਰਦਾਰ ਬਹੁ ਕੋਪ ਤੇ ਪਟਚਾਰ। ਦੋਨਾਂ ਦਿਸ਼ਾਵਾਂ ਤੋਂ ਜੋ ਸਿਰਦਾਰ ਹਨ, ਆਗੂ ਹਨ, ਸਿਪਾਹ ਸਲਾਰ ਹਨ, ਉਹ ਬੜੇ ਵੀਰ ਉਸ ਵਿੱਚ ਹਨ। ਇਹ ਜੈ ਅਲੀ ਦੇ ਨਾਰੇ ਮਾਰਦੇ ਨੇ, ਗੁਰਸਿੱਖ ਅਕਾਲ ਅਕਾਲ ਦੇ ਨਾਰੇ ਛੱਡਦੇ ਹਨ। ਗਨ ਸੈਨ ਲੈ ਕਰ ਸੰਗ ਪਗ ਰੂਪ ਕੈ ਕੀਏ ਜੰਗ। ਇਸ ਤਰ੍ਹਾਂ ਦੋਨਾਂ ਪਾਸਿਆਂ ਤੋਂ ਸੂਰਮੇ ਫੌਜ ਨਾਲ ਲੈ ਕੇ ਆਪਣੇ ਪੈਰ ਟਿਕਾ ਕੇ ਦੀਵਾਰ ਦੀ ਤਰ੍ਹਾਂ ਸਨੱਧਬੱਧ ਹੋਏ ਖੜੇ ਹਨ। ਜਿਸ ਦੱਖਣੀ ਕਮਸਾਨ ਬਹੁ ਕੀਨਹਾ ਭਟ ਪ੍ਰਾਨ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਜੀ ਦੇ ਦੱਖਣ ਵਾਲੇ ਪਾਸੇ, ਸਾਊਥ ਵਾਲੇ ਪਾਸੇ ਸੋ ਬਹੁਤ ਕਮਸਾਨ ਦਾ ਯੁੱਧ ਮਚਿਆ ਹੋਇਆ ਹੈ। ਗੁਲ ਕਾਨ ਕੋ ਬਰਖਾਏ ਕਰ ਕਾ ਮਨੋ ਕਨ ਪਾਏ। ਦੋਨਾਂ ਪਾਸਿਆਂ ਤੋਂ ਗੋਲੀਆਂ ਚੱਲਦੀਆਂ ਨੇ। ਕਵੀ ਜੀ ਕਹਿੰਦੇ ਨੇ ਕੜਾਕ ਕੜਾਕ ਦੀ ਆਵਾਜ਼ ਆਉਂਦੀ ਹੈ, ਸਮਝ ਲਓ ਬੱਦਲ ਹੀ ਗਰਜਦੇ ਹੋਣ, ਔਰ ਗੋਲੀਆਂ ਜਿਹੜੀਆਂ ਨੇ ਇਹ ਓਰਿਆਂ ਦੀ ਤਰ੍ਹਾਂ, ਗੜਿਆਂ ਦੀ ਤਰ੍ਹਾਂ ਵਰਦੀਆਂ ਨੇ, ਜੋ ਪੱਕੀ ਖੇਤੀ ਦੇ ਸਮਾਨ ਮਰਦ ਜਵਾਨਾਂ ਨੂੰ ਢਹਿ ਢੇਰੀ ਕਰਦੀਆਂ ਹਨ। ਫਿਰ ਫੂਟ ਹਾਟਨ ਜੈਸ ਉਰ ਫੋਰ ਮਾਰਤ ਹੈ। ਔਰ ਜਿਵੇਂ ਕੋਈ ਜਾਂ ਸਮਝ ਲਓ ਕ੍ਰਿਸ਼ਨ ਭਗਵਾਨ ਹੋਵੇ ਤੇ ਹਾਂਡੀ ਨਹੀਂ ਫੋੜ ਦਿਆ ਕਰਦਾ ਸੀ ਕ੍ਰਿਸ਼ਨ ਭਗਵਾਨ, ਤੇ ਮੱਖਣ ਉਛਲ ਕੇ ਬਾਹਰ ਆ ਜਾਂਦਾ ਸੀ, ਇਵੇਂ ਇਹਨਾਂ ਦੇ ਸਿਰ ਵਿੱਚੋਂ ਮਿੱਝ, ਨਾੜੀਆਂ, ਮਾਸ, ਮਿੱਝ ਬਾਹਰ ਨਿਕਲ ਆ ਜਾਂਦੀ ਹੈ ਜਦੋਂ ਗੁਰੂ ਕੇ ਗੁਰਸਿੱਖ ਤੀਰਾਂ ਤੇ ਗੋਲੀਆਂ ਦੇ ਨਾਲ ਸ਼ਿਕਾਰ ਕਰਦੇ। ਮਾਰਦੇ ਵੀ ਸਦਾ ਮੱਥੇ ਵਿੱਚ ਹਨ। ਤੁਰ ਕਾਨ ਹੇਲ ਸੁਕਾਲ ਕਰ ਐਚ ਕੈ ਕਰਵਾਲ। ਫਿਰ ਪਹਿਲਾਂ ਬੰਦੂਕਾਂ ਚਲਾਈਆਂ ਨੇ, ਤੀਰ ਚਲਾਏ ਨੇ। ਇਹ ਮੈਦਾਨੇ ਜੰਗ ਦਾ ਸਾਧ ਸੰਗਤ ਜੀ ਪਹਿਲਾਂ ਇਹ ਤਰੀਕਾ ਸੀਗਾ ਕਿ ਜਦੋਂ ਦੁਸ਼ਮਣ ਦੂਰ ਹੁੰਦਾ ਤੀਰ ਚਲਾਏ ਜਾਂਦੇ ਸਨ, ਗੋਲੀਆਂ ਜਦੋਂ ਨੇੜੇ ਆ ਜਾਂਦਾ ਸੀ ਫਿਰ ਤਲਵਾਰਾਂ ਕੱਢ ਲਿਆ ਕਰਦੇ ਸਨ। ਇਹ ਪੁਰਾਣੇ ਜ਼ਮਾਨੇ ਦੀ ਤਰਤੀਬ ਸੀ ਮੈਦਾਨੇ ਜੰਗ ਦੀ। ਤਾਂ ਇਸ ਪ੍ਰਕਾਰ ਇਹਨਾਂ ਨੇ ਪਹਿਲਾਂ ਤੀਰਾਂ ਤੇ ਗੋਲੀਆਂ ਦੇ ਨਾਲ ਵਾਰ ਕੀਤੇ ਨੇ। ਹੁਣ ਤੁਰਕੜੇ ਜਿਹੜੇ ਨੇ ਕਮਾਨਾਂ ਸੱਟ ਕੇ, ਬੰਦੂਕਾਂ ਸਾਈਡ ਤੇ ਰੱਖ ਕੇ, ਤਲਵਾਰਾਂ ਲੈ ਕੇ ਅੱਗੇ ਨੂੰ ਵੱਧ ਗਏ ਹਨ। ਗੁਰ ਸੈਨ ਪੈ ਚਲ ਆਏ ਮਿਲ ਗਏ ਤਬੈ ਸਮੁਦਾਏ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਜੀ ਦੇ ਸੈਨਾ ਉੱਪਰ ਸਿੱਧਾ ਹੀ ਉਰੜ ਨੂੰ ਆ ਪਏ ਹਨ ਤੇ ਸਾਰੇ ਇਕੱਠੇ ਹੋ ਕੇ ਆ ਗਏ ਨੇ। ਇਹਦਾ ਮਤਲਬ ਡਰੇ ਹੋਏ ਹਨ। ਮੁਖ ਮਾਰ ਮਾਰ ਉਚਾਰ ਗਏ ਤੋਮਰੈ ਤਰਵਾਰ। ਤੋਮਰ ਬਰਛੇ ਫੜੇ ਹੋਏ ਨੇ ਤੇ ਤਲਵਾਰਾਂ ਪਕੜੀਆਂ ਹੋਈਆਂ ਨੇ। ਮਾਰ ਲੋ ਕਹਿ ਕੇ ਅੱਗੇ ਨੂੰ ਆਵਦ ਰਹੇ ਹਨ। ਮਹਿਰਾ ਰੁਪਿਓ ਦਰ ਤੀਰ ਤਨ ਐਚ ਮਾਰਤ ਧੀਰ। ਭਾਈ ਮਹਿਰਾ ਜੀ ਸਾਹਿਬ ਬੜੇ ਹੌਸਲੇ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਦੇ ਨੇ, ਜਿਨ੍ਹਾਂ ਦੇ ਹੱਥ ਵਿੱਚ ਸ਼ਸਤਰ ਹਨ ਔਰ ਤੀਰ ਮਾਰ ਮਾਰ ਕੇ ਇਹਨਾਂ ਦੀ ਆਓ ਭਗਤ ਕਰਦੇ ਹਨ। ਸੁਭਟਾਨ ਕੋ ਲਲਕਾਰ ਤੁਪਕਾਨ ਗੋਰਨ ਮਾਰ। ਔਰ ਇਸ ਤਰ੍ਹਾਂ ਨਹੀਂ ਕਿ ਕੋਈ ਪਿੱਠ ਤੇ ਵਾਰ ਕਰਦੇ ਹਨ, ਨਾ ਮਰਦਾਂ ਦੀ ਤਰ੍ਹਾਂ ਲਲਕਾਰ ਕੇ ਆਓ ਅਖੇ ਖਾਨਜ਼ਾਦਿਓ, ਆਓ ਪਠਾਨਜ਼ਾਦਿਓ, ਆਓ ਤੁਹਾਡੀ ਮੌਤ ਤੁਹਾਨੂੰ ਜੀਉ ਆਇਆ ਕਹਿੰਦੀ ਹੈ। ਲਲਕਾਰ ਕੇ ਮਾਰਦੇ ਹਨ। ਕਰ ਸਾਂਗ ਮਾਰ ਤਸਾਏ ਤਰਵਾਰ ਤੇ ਕਰ ਘਾਏ। ਕਹਿੰਦੇ ਉਹਨਾਂ ਨੇ ਆਪਣੇ ਹੱਥ ਵਿੱਚ ਸਾਂਗ ਲੱਕੜ ਦੀ ਬਰਛੀ ਫੜੀ ਹੋਈ ਹੈ, ਜਿਹਦੀ ਹਿੱਕ ਵਿੱਚ ਠੋਕਦੇ ਨੇ ਉਹਨੂੰ ਦੂਜਾ ਸਾਹ ਨਹੀਂ ਆਉਂਦਾ ਹੈ।
ਔਰ ਤਲਵਾਰ ਦੇ ਨਾਲ ਵੀ ਵਾਰ ਕਰਦੇ ਹਨ। ਗਣ ਤੁੰਡ ਮੁੰਡ ਬਿਹੰਡ ਕਰ ਖੰਡ ਖੰਡ ਕਮੰਡ। ਜਿੱਥੇ ਕਿੱਥੇ ਵੇਖ ਲਏ ਵੱਡੇ ਵੱਡੇ ਘਮੰਡੀ ਜਿਹੜੇ ਖੱਬੀ ਖਾਨ ਬਣੇ ਫਿਰਦੇ ਸੀ ਨਾ, ਉਹਨਾਂ ਦੇ ਹੰਕਾਰ, ਉਹਨਾਂ ਦੇ ਤਕੱਬਰ ਖੇਹ ਵਿੱਚ ਮਿੱਟੀ ਵਿੱਚ ਰਲ ਗਏ ਹਨ। ਕਿਸੇ ਦਾ ਸਿਰ, ਕਿਸੇ ਦਾ ਧੜ, ਕਿਸੇ ਦਾ ਮੂੰਹ ਉੱਥੇ ਫੋੜਿਆ ਹੋਇਆ ਹੈ। ਝੁਟ ਆਪ ਮੈਂ ਤਿਸ ਬਾਰ ਇੱਕ ਸਾਰ ਹੋਵਤ ਮਾਰ। ਕਵੀ ਜੀ ਕਹਿੰਦੇ ਗੱਲ ਕੀ, ਪਹਿਲਾਂ ਇਹ ਦੁਸ਼ਮਣ ਦੂਰ ਸਨ, ਹੁਣ ਆਪਸ ਵਿੱਚ ਜੁਟ ਗਏ ਨੇ, ਹੱਥੋਂ ਹੱਥੀ ਹੋ ਗਏ ਹਨ। ਕਰ ਅੰਗ ਸ੍ਰੋਣਤ ਭੀਜ ਰਣ ਖੇਤ ਮੈਂ ਜਨ ਬੀਜ। ਔਰ ਕਹਿੰਦੇ ਇਸ ਪ੍ਰਕਾਰ ਮੈਦਾਨੇ ਜੰਗ ਵਿੱਚ ਜਿਹੜੇ ਬਹਾਦਰ ਯੋਧੇ ਹਨ, ਉਹਨਾਂ ਦੇ ਸਰੀਰ ਦੇ ਅੰਗ ਪ੍ਰਤੰਗ ਜਿਹੜੇ ਨੇ ਖੂਨ ਦੇ ਨਾਲ ਭਿੱਜੇ ਹੋਏ। ਤੇ ਕਵੀ ਜੀ ਕਹਿੰਦੇ ਜਿਵੇਂ ਕਿਸੇ ਵਧੀਆ ਕਿਸਾਨ ਨੇ, ਜਿਵੇਂ ਅੱਜ ਕੱਲ ਸੋ ਕਣਕਾਂ ਬੀਜਣੀਆਂ ਨੇ, ਬੀਜ ਖਿਲਾਰਨਾ, ਸਿੱਟਾ ਦੇਣਾ ਵੀ ਤੇ ਇੱਕ ਮਹਾਰਤ ਹੀ ਹੁੰਦੀ ਹੈ ਨਾ। ਨਵਾਂ ਬੰਦਾ ਸਿੱਟਾ ਵੀ ਨਹੀਂ ਦੇ ਸਕਦਾ, ਬੀਜ ਵੀ ਨਹੀਂ ਖਿਲਾ ਸਕਦਾ, ਕਿਉਂਕਿ ਉਹਦੀ ਵੀ ਤਰਤੀਬ ਹੁੰਦੀ ਹੈ। ਵੈਸੇ ਸਭ ਤੋਂ ਔਖਾ ਬੀਜ ਖਿਲਾਰਨਾ ਸਟਾਲੇ ਦਾ ਹੁੰਦਾ ਹੈ, ਜਿਹਨੂੰ ਬਰਸੀਨ ਵੀ ਕਹਿੰਦੇ ਨੇ। ਸਟਾਲੇ ਦਾ ਬੀਜ ਖਿਲਾਰਨਾ ਸਭ ਤੋਂ ਔਖਾ ਹੈ। ਸੂਖਮ ਜਿਹੇ ਅਲਸੀ ਦੇ ਦਾਣੇ ਵਰਗੇ ਉਹਦੇ ਬੀਜ ਹੁੰਦੇ ਨੇ। ਅਲਸੀ ਤੇ ਸ਼ਾਇਦ ਸਾਰਿਆਂ ਨੇ ਖਾਧੀ ਹੋਵੇਗੀ, ਜਾਂ ਕਿ ਸਰਦੀਆਂ ਵਿੱਚ ਵੀ ਵੇਖਣ ਨੂੰ ਮਿਲਦੀ ਆ। ਉਹਦੇ ਸੂਖਮ ਜਿਹੇ ਬੀਜ ਹੁੰਦੇ ਨੇ। ਉਹ ਬਰਸੀਨ ਦਾ ਸਿੱਟਾ ਦੇਣਾ ਜਿਹੜਾ ਉਹ ਮਹਾਰਤ ਹੀ ਹੈ, ਹਰ ਆਦਮੀ ਸਿੱਟਾ ਨਹੀਂ ਦੇ ਸਕਦਾ ਹੈ। ਕਵੀ ਜੀ ਕਹਿੰਦੇ ਮੰਨ ਲਓ ਕਿ ਚੰਗੇ ਸੁਚੱਜੇ ਜ਼ਿਮੀਂਦਾਰ ਨੇ ਹੱਥ ਵਿੱਚ ਮੁੱਠਾ ਭਰ ਕੇ ਬੀਜ ਦਾ ਤੇ ਖਿਲਾਰਿਆ ਹੋਵੇ ਨਾ, ਸਿੱਟਾ ਦਿੱਤਾ ਹੋਵੇ, ਇਸ ਤਰ੍ਹਾਂ ਸਿਰ, ਧੜ, ਬਾਹਾਂ, ਲੱਤਾਂ ਮੈਦਾਨੇ ਜੰਗ ਵਿੱਚ ਬੜੀਆਂ ਤਰਤੀਬ ਦੇ ਨਾਲ ਪਈਆਂ ਹਨ। ਉਹ ਵੀਰ ਕਾਇਲ ਹੋਏ ਮਰ ਭੂਮ ਮੈਂ ਪਰ ਕੋਏ। ਬਹੁਤ ਸਾਰੇ ਦੁਸ਼ਮਣ ਮੈਦਾਨੇ ਜੰਗ ਵਿੱਚ ਮਰੇ ਵੀ ਹਨ ਤੇ ਕਈ ਘਾਇਲ ਵੀ ਹੋ ਗਏ ਹਨ। ਅਸਮਾਨ ਖਾਨ ਖਤੰਗ ਗੁਰ ਵੀਰ ਬੇਦਤ ਅੰਗ। ਅਸਮਾਨ ਖਾਨ ਪੈਂਦੇ ਦਾ ਜ਼ਮਾਈ ਜੋ ਹੈ, ਇਹ ਤੀਰ ਛੱਡਦਾ ਹੈ, ਔਰ ਇਹ ਹਕੀਕਤ ਹੈ ਕਿ ਇਹਦੇ ਤਿੱਖੇ ਤਿੱਖੇ ਤੀਰਾਂ ਦੇ ਨਾਲ ਗੁਰੂ ਕੇ ਗੁਰਸਿੱਖ ਵੀ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰਦੇ ਪੀਂਦੇ ਛਕਦੇ ਹਨ। ਕਹਿ ਸੀਸ ਪੈ ਤਰਵਾਰ ਕਹਿ ਕੰਧ ਕੋ ਕਟਿਡਾਰ। ਕਿਸੇ ਦੇ ਸੀਸ ਉੱਪਰ ਵਾਰ ਕਰਦਾ ਹੈ, ਕਿਸੇ ਦੇ ਕੰਧ ਮੋਢੇ ਤੇ ਵਾਰ ਕਰਦਾ। ਬੜਾ ਬਹਾਦਰ ਸੀ ਉਹ ਆਪਣੇ ਆਪ ਦੇ ਵਿੱਚ। ਮੁਖ ਛੇਦ ਕੀ ਨਸ ਕਾਹੇ ਕਟ ਜੰਗ ਕੋ ਚਲਨਾ ਹੈ। ਕਿਸੇ ਦਾ ਮੁਖ ਪਾੜ ਛੁੱਟਿਆ ਹੈ, ਕਿਸੇ ਦੀਆਂ ਜੰਗ ਲੱਤਾਂ ਕੱਟ ਸੁੱਟੀਆਂ ਨੇ, ਉਹ ਮੈਦਾਨੇ ਜੰਗ ਵਿੱਚ ਚੱਲਿਆ ਨਹੀਂ ਜਾਂਦਾ ਹੈ। ਇਸ ਦੱਖਣੀ ਬੜ ਸੋਰੇ ਤੁਰਕਾਨ ਦੀਨ ਸਜੋਰ। ਕਹਿੰਦੇ ਤਵਾਰੀਖ ਹੈ, ਇਤਿਹਾਸ ਹੈ, ਹਿਸਟਰੀ ਹੈ, ਕਹਿੰਦੇ ਇਹਦੇ ਵਿੱਚ ਮੈਂ ਕੋਈ ਖਾਮੀ ਨਹੀਂ ਕਰਾਂਗਾ, ਕਿਸੇ ਤਰ੍ਹਾਂ ਦੀ ਖਿਆਨਤ ਨਹੀਂ ਕਰਾਂਗਾ। ਇਹ ਸੱਚਾਈ ਹੈ ਕਿ ਕਰਤਾਰਪੁਰ ਦੇ ਦੱਖਣ ਵਾਲੇ ਪਾਸੇ ਤੁਰਕਾਂ ਦਾ ਜ਼ੋਰ ਸੀ ਔਰ ਸਿੱਖ ਉਸ ਪਾਸੇ ਕਮਜ਼ੋਰ ਸਨ, ਕਿਉਂਕਿ ਵੱਡੇ ਵੱਡੇ ਬਹਾਦਰ ਉਸ ਪਾਸੇ ਸਨ। ਇਹਨਾਂ ਦੇ ਤੀਰ, ਇਹਨਾਂ ਦੀਆਂ ਗੋਲੀਆਂ, ਇਹਨਾਂ ਦੇ ਬਰਛੇ, ਇਹਨਾਂ ਦੀਆਂ ਬਰਛੀਆਂ ਔਰ ਇਹਨਾਂ ਦੀਆਂ ਤਲਵਾਰਾਂ ਗੁਰਸਿੱਖਾਂ ਨੂੰ ਸ਼ਹੀਦ ਕਰ ਰਹੀਆਂ ਸਨ। ਇਹਨਾਂ ਦਾ ਜ਼ੋਰ ਪੈ ਗਿਆ, ਇਹ ਹਕੀਕਤ ਹੈ। ਗੁਰ ਤੀਰ ਧਾਏ ਸੁਨਾਏ ਟਿਕ ਆਏਗੇ ਸਮੁਦਾਏ। ਮੈਦਾਨੇ ਜੰਗ ਦੀ ਤਰਤੀਬ ਹੁੰਦੀ ਸੀ। ਗੁਰਸਿੱਖ ਕੁਛ ਐਸੇ ਬਹਾਦਰ ਹੋਇਆ ਕਰਦੇ ਸਨ ਜੋ ਘੋੜੇ ਨੂੰ ਦੌੜਾਉਣ ਵਿੱਚ ਖਾਸ ਮੁਹਾਰਤ ਰੱਖਦੇ ਸਨ। ਇੱਕ ਗੁਰਸਿੱਖ ਦੌੜ ਕੇ ਗਿਆ ਹੈ, ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਕੇ ਕਹਿਆ, ਮਹਾਰਾਜ ਇਸ ਪਾਸੇ ਆਪਾਂ ਥੋੜੇ ਕਮਜ਼ੋਰ ਹਾਂ, ਤੁਰਕੜੇ ਅੱਗੇ ਨੂੰ ਵੱਧ ਰਹੇ ਨੇ, ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ। ਵਿਦਿਆ ਹੋ ਤੋ ਤਬ ਤੀਰ ਤੈ ਸੰਗ ਬੋਲਤ ਤੀਰ। ਉਸ ਵੇਲੇ ਮਹਾਰਾਜ ਜੀ ਨੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੋ ਸਤਿਗੁਰਾਂ ਦੀ ਆਗਿਆ ਸੁਣਨ ਵਾਸਤੇ ਉਤਾਵਲੇ ਖੜੇ ਸਨ, ਮਹਾਰਾਜ ਜੀ ਨੇ ਬੜੇ ਤੇ ਸੰਗ ਬੋਲਤ ਤੀਰ, ਬੜੇ ਧੀਰਜ ਦੇ ਨਾਲ, ਬੜੇ ਹੌਸਲੇ ਦੇ ਨਾਲ। ਮਰਦਾਂ ਦੀ ਮਰਦਾਨਗੀ ਮੁਸੀਬਤਾਂ ਵੇਲੇ ਪਰਖੀ ਜਾਂਦੀ ਹੁੰਦੀ ਹੈ ਕਿ ਉਹ ਕਿੰਨੇ ਕੁ ਮਰਦ ਨੇ, ਉਦੋਂ ਹੌਸਲਾ ਨਹੀਂ ਹਾਰਦੇ, ਮਾੜਾ ਬੰਦਾ ਬੁਲ ਖਾ ਜਾਂਦਾ ਹੈ। ਮਹਾਰਾਜ ਗਰੀਬ ਨਵਾਜ ਬੜੇ ਹੌਸਲੇ ਵਿੱਚ ਨੇ, ਮੁਸਕਰਾਉਂਦੇ ਹੋਏ ਚਿਹਰੇ ਦੇ ਨਾਲ ਆਪ ਜੀ ਨੇ ਇਸ਼ਾਰਾ ਦਿੱਤਾ ਹੈ। ਉਤ ਜਾਹੋ ਵੀਰ ਸਿਤਾਬ ਦਲ ਸਤਰੂ ਲੀਜੈ ਦਾਬ। ਮਹਾਰਾਜ ਜੀ ਨੇ ਕਿਹਾ, ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜਾਓ, ਦੁਸ਼ਮਣਾਂ ਦੇ ਦਲ ਨੂੰ ਦੱਬ ਕੇ ਰੱਖ ਦਿਓ, ਹੁਣ ਉੱਠ ਨਾ ਪਾਉਣ, ਸਾਹ ਨਾ ਲੈ ਪਾਉਣ। ਹੱਥ ਆਵ ਧਿਆਨ ਹਟਾਏ ਦੇ ਕਾਟ ਜੋ ਸਮਹਾਏ। ਔਰ ਕਿਹਾ ਕਿ ਉਹਨਾਂ ਨੂੰ ਸ਼ਸਤਰਾਂ ਦੇ ਨਾਲ ਹਟਾ ਦਿਓ, ਬਾਵਜੂਦ ਇਹਦੇ ਜੇ ਕੋਈ ਅੱਗੇ ਆਉਂਦਾ ਹੈ ਤੇ ਉਹਨੂੰ ਇੰਜਾਮ ਨੂੰ ਪਹੁੰਚਾ ਦਿਓ। ਸੁਨ ਬਾਕ ਕੋ ਹਰ ਖਾਏ ਤਤਕਾਲ ਬਾਜ ਤਵਾਏ। ਮਹਾਰਾਜ ਜੀ ਦਾ ਵਚਨ ਸੁਣ ਕੇ ਇੱਕ ਇਸ਼ਾਰੇ ਦੇ ਨਾਲ ਜਾਨਾਂ ਦੇ ਤੇ ਲੈਣ ਵਾਲੇ ਮਰਦ ਜਵਾਨ ਸਾਧ ਸੰਗਤ ਜੀ, ਜੋ ਜੋ ਹੁਕਮ ਭਇਓ ਠਾकुर का सो माथे ले मान्यो और उठ वाहू को दौड़ियो। ਉੱਠ ਕੇ ਉਸੇ ਵੇਲੇ ਦੌੜ ਗਏ ਨੇ। ਇਹ ਕੀ ਕਰਦੇ ਨੇ ਦੇਖ ਲਿਓ। ਤਤਕਾਲ ਬਾਜ ਧਵਾਏ,
ਬੜੀ ਛੇਤੀ ਦੇ ਨਾਲ ਆਪਣੇ ਘੋੜਿਆਂ ਨੂੰ ਅੱਡੀਆਂ ਲਾਈਆਂ ਤੇ ਲਗਾਮਾਂ ਖਿੱਚੀਆਂ ਹਨ। ਅਮੀਆਂ ਘਿਰਿਓ ਜਹ ਵੀਰ ਰੂਪ ਮਾਰ ਤੋ ਗਨ ਤੀਰ। ਜਿੱਥੇ ਭਾਈ ਅਮੀਆਂ ਜੀ ਸਾਹਿਬ, ਅਮੀ ਦਾ ਅਰਥ ਅੰਮ੍ਰਿਤ ਹੁੰਦਾ ਹੈ, ਅੰਮ੍ਰਿਤ ਜੀਵਨ ਵਰਗੇ ਭਾਈ ਅਮੀ ਜੀ ਸਾਹਿਬ ਜਿੱਥੇ ਬਿਰਾਜਮਾਨ ਸਨ ਤੇ ਤੁਰਕੜਿਆਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ। ਮੇਰਾ ਸਹਾਇ ਕਰੰਤ ਲਲਕਾਰ ਕਾਟ ਗਿਰੰਤ। ਔਰ ਗੁਰੂ ਕੀਆਂ ਮੇਰਿਆਂ ਵਾਲੇ ਭਾਈ ਮੇਰਾ ਜੀ ਸਾਹਿਬ ਉਹਨਾਂ ਦੀ ਸਹਾਇਤਾ ਕਰਦੇ ਨੇ। ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਆਗਿਆ ਔਰ ਅਸੀਸ ਦੇ ਨਾਲ ਤੁਰਕੜਿਆਂ ਨੂੰ ਕੱਟ ਕੇ ਸੁੱਟ ਰਹੇ ਨੇ, ਪਰ ਜ਼ੋਰ ਨਹੀਂ ਪੈਂਦਾ ਹੈ। ਵਿਦਿਆ ਗਇਓ ਜਿਮ ਸ਼ੇਰ ਨੇ ਜਬੀਰ ਦੇਤ ਦਲੇਰ। ਬਹਾਦਰ ਭਾਈ ਵਿਦਿਆ ਜੀ ਸਾਹਿਬ ਮੈਦਾਨੇ ਜੰਗ ਵਿੱਚ ਜਿਵੇਂ ਭੇਡਾਂ ਦੇ ਝੁੰਡ ਵਿੱਚ ਸ਼ੇਰ ਵੜ ਜਾਂਦਾ ਨਾ, ਇਸ ਤਰ੍ਹਾਂ ਛਾਲ ਮਾਰ ਕੇ ਤੁਰਕੜਿਆਂ ਦੇ ਝੁੰਡ ਵਿੱਚ ਵੜ ਗਏ ਹਨ। ਔਰ ਗਰੀਬ ਨਿਵਾਜ ਮਹਾਰਾਜ ਜੀ ਦੇ ਐਸੇ ਬਹਾਦਰ ਹਨ, ਐਸੇ ਸੂਰਮੇ ਨੇ, ਨਿਜ ਵੀਰ ਦੇਤ ਦਲੇਰ। ਆਪਣੇ ਵੀਰ ਬਹਾਦਰਾਂ ਨੂੰ ਦਲੇਰੀ ਦਿੰਦੇ ਨੇ ਕਿ ਤਗੜੇ ਹੋ ਜਾਓ, ਗੁਰੂ ਕਾ ਆਸਰਾ ਹੈ, ਗੁਰੂ ਨਾਨਕ ਅੰਗ ਸੰਗ ਸਹਾਈ ਹੈ। ਸ਼ਹੀਦੋਂ ਕੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਸ਼ਹੀਦੀ ਦੀ ਦਾਤ ਨੂੰ ਪੀਣ ਵਾਸਤੇ ਤਿਆਰ ਹੋਵੋ। ਜਦੋਂ ਸ਼ਹੀਦੀ ਦੀ ਦਾਤ ਨੂੰ ਪੀਣ ਵਾਸਤੇ ਤਿਆਰ ਹੋਵਾਂਗੇ ਮੌਤ ਦਾ ਖੌਫ ਨਹੀਂ ਰਹੇਗਾ। ਜੇ ਮੌਤ ਦਾ ਖੌਫ ਨਹੀਂ ਰਹੇਗਾ ਤੇ ਜਿੱਤ ਸਾਡੀ ਅਵਸ਼ ਹੋਵੇਗੀ। ਔਰ ਓਜ ਕੋ ਔਰ ਧਾਰ ਤੁਰਕਾਨ ਕੋ ਲਿਹੁ ਮਾਰ। ਕਿਹਾ ਕਿ ਆਪਣੇ ਹਿਰਦੇ ਵਿੱਚ ਗੁਰੂ ਦੇ ਓਜ ਨੂੰ, ਗੁਰੂ ਦੀ ਤਾਣ ਨੂੰ, ਗੁਰੂ ਦੀ ਸ਼ਕਤੀ ਨੂੰ, ਗੁਰੂ ਦੀ ਪਾਵਰ ਨੂੰ ਆਪਣੇ ਹਿਰਦੇ ਵਿੱਚ ਰੱਖੋ। ਮਹਿਸੂਸ ਕਰੋ ਕਿ ਤੁਹਾਡਾ ਗੁਰੂ ਬੜਾ ਡਾਢਾ ਹੈ, ਗੁਰੂ ਵੱਡਾ ਸਮਰੱਥ ਹੈ, ਕੋਈ ਨਾ ਪਹੁੰਚਣਹਾਰਾ ਦੂਜਾ। ਆਪਣੇ ਸਾਹਿਬ ਕਾ ਪ੍ਰਵਾਸਾ ਹਿਰਦੇ ਵਿੱਚ ਰੱਖੋ ਤੇ ਜੂਝ ਪਾਓ ਜਵਾਨੋ। ਤਜ ਤੀਰ ਆਪ ਕਰਾਲ ਬਹੁ ਵੇਦ ਕੈ ਰਿਪਸਾਲ। ਇਸ ਤਰ੍ਹਾਂ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਦਲੇਰੀ ਵੀ ਦਿੱਤੀ ਹੈ ਔਰ ਆਪ ਵੀ ਮੈਦਾਨੇ ਜੰਗ ਵਿੱਚ ਤੀਰ ਛੱਡੇ ਹਨ। ਇੱਕ ਤੀਰ ਦੇ ਨਾਲ ਬੜੇ ਦੁਸ਼ਮਣ ਜਿਹੜੇ ਨੇ ਉਹ ਜਿਵੇਂ ਸੂਈ ਪਰੋ ਕੇ ਰੱਖ ਦਿੰਦੀ ਹੈ ਨਾ ਫੁੱਲਾਂ ਨੂੰ, ਕੋਮਲ ਫੁੱਲਾਂ ਨੂੰ, ਇਸ ਤਰ੍ਹਾਂ ਇੱਕ ਤੀਰ ਕਈਆਂ ਦੀ ਛਾਤੀ ਵਿੰਨ ਕੇ ਪਾਰ ਹੁੰਦਾ ਹੈ। ਪਗ ਰੂਪ ਕੈ ਅਗਵਾਏ ਸੰਭ ਥੰਭ ਕੇ ਥਿਰ ਥਾਏ। ਔਰ ਆਪ ਮੈਦਾਨੇ ਜੰਗ ਵਿੱਚ ਪੈਰ ਰੋਕ ਲਏ ਨੇ ਤੇ ਅੱਗੇ ਹੋਏ ਨੇ। ਉਹਨਾਂ ਕੌਮਾਂ ਦੇ ਆਗੂ ਸਾਧ ਸੰਗਤ ਜੀ ਮਹਾਨ ਹੋਇਆ ਕਰਦੇ ਨੇ ਜਿਹੜੇ ਮੈਦਾਨੇ ਜੰਗ ਵਿੱਚ ਆਪ ਜੂਝ ਪੈਂਦੇ ਨੇ ਦੁਸ਼ਮਣ ਦੇ ਸਾਹਮਣੇ, ਆਪਣੇ ਆਪੇ ਤੇ ਆਪਣੇ ਸਿਰ ਨਹੀਂ ਲੁਕਾਉਂਦੇ ਹਨ। ਗਰੀਬ ਨਿਵਾਜ ਮਹਾਰਾਜ ਜੀ ਦੇ ਮਰਦ ਜਵਾਨ ਗੁਰੂ ਕੇ ਗੁਰਸਿੱਖ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਆਪ ਅੱਗੇ ਹੋਏ ਹਨ ਔਰ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਬਖਸ਼ੀ ਹੋਈ ਸ਼ਕਤੀ ਦਾ ਸਦਕਾ ਥੰਮ ਦੀ ਤਰ੍ਹਾਂ ਖੜੇ ਹਨ। ਤੁਰਕਾਨ ਆਏ ਜਹੇਲ ਸਭ ਮਾਰ ਕੈ ਤਹਿ ਝੇਲ। ਜਿਹੜੇ ਤੁਰਕੜੇ ਆਏ ਸਨ ਹੱਲਾ ਕਰਨ ਵਾਸਤੇ ਮਾਰ ਕੇ ਉਹਨਾਂ ਨੂੰ ਝੱਲ ਦਿੱਤਾ ਹੈ। ਇਨ ਮੋਰ ਪਾਛਲ ਪਾਏ ਰੂਪ ਕੈ ਕਹਿਓ ਅਗਵਾਏ। ਉਸ ਵੇਲੇ ਉਹਨਾਂ ਦੇ ਪੈਰ ਪਿੱਛੇ ਨੂੰ ਮੁੜ ਗਏ ਹਨ ਤੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਗੁਰਸਿੱਖ ਉੱਥੇ ਜਿਉਂਦੇ ਤਿਉਂ ਖੜੇ ਹਨ। ਪਾਦੜੀ ਛੰਦ ਤਬ ਅਨਵਰ ਖਾਨ ਬਿਲੋਕ ਸੈਨ। ਉਸ ਵੇਲੇ ਅਨਵਰ ਖਾਨ ਦੂਤ ਨੇ ਜਦੋਂ ਸੈਨਾ ਦੇਖੀ ਹੈ, ਫੌਜ ਦੇਖੀ ਹੈ, ਇਮ ਸੁਪਟ ਹਟਤ ਰਣ ਲਰਤ ਹੈ ਨਾ, ਇਹਨੇ ਦੇਖਿਆ ਕਿ ਸਾਡੇ ਜਿਹੜੇ ਸੁਪਟ ਸੂਰਮੇ ਨੇ ਉਹ ਮੈਦਾਨੇ ਜੰਗ ਵਿੱਚੋਂ ਹਟ ਗਏ ਨੇ ਤੇ ਲੜਦੇ ਨਹੀਂ ਹਨ। ਉਹ ਅਰਿਓ ਆਏ ਨਹਿ ਜਾਨ ਦੇਤ। ਔਰ ਕਿਹਾ ਕਿ ਕੋਈ ਆਣ ਕੇ ਅੜ ਗਿਆ ਹੈ, ਲੱਗਦਾ ਕੋਈ ਬਹਾਦਰ, ਕੋਈ ਜੁਝਾਰੂ ਦੁਬਾਰਾ ਆਇਆ ਹੈ, ਕਿਸੇ ਨੇ ਜ਼ਬਰਦਸਤ ਐਂਟਰੀ ਮਾਰੀ ਲੱਗਦਾ ਮੈਦਾਨੇ ਜੰਗ ਦੇ ਵਿੱਚ, ਜਿਹੜਾ ਸਾਡੇ ਸੂਰਮਿਆਂ ਨੂੰ ਅੜਨ ਨਹੀਂ ਦਿੰਦਾ। ਗਮਨਿਓ ਅਗਾਏ ਵਿੱਚ ਜੰਗ ਖੇਤ। ਉਸ ਵੇਲੇ ਅਨਵਰ ਖਾਨ ਦੀ ਮੌਤ ਆ ਗਈ ਹੈ, ਦੇਖ ਲੋ ਇਹਦੀ ਆਪ ਹੀ, ਤੇ ਅੱਗੇ ਨੂੰ ਵੱਧ ਗਿਆ ਕਿ ਜਾ ਕੇ ਦੇਖਾਂ ਤੇ ਸਹੀ ਹੈ ਕੌਣ ਆ ਉਹ। ਲੈ ਵੀਰ ਕਿਤਕ ਕਰ ਰੇਲ ਪੇਲ। ਤੇ ਕੁਝ ਕੁ ਚੁਣਿੰਦਾ ਸੂਰਮੇ ਨੇ ਆਪਣੇ ਨਾਲ ਲਏ ਨੇ ਔਰ ਉਹ ਚੁਣਿੰਦਾ ਸੂਰਮਿਆਂ ਨੇ ਕੁਝ ਗੁਰਸਿੱਖਾਂ ਦੀ ਉਥਲ ਪੁਥਲ ਵੀ ਕੀਤੀ ਹੈ, ਸੱਚ ਹੈ। ਵਿੱਚ ਪਰਿਓ ਆਏ ਬਕਹੇਲ ਹੇਲ। ਔਰ ਉਸ ਵੇਲੇ ਆਣ ਕੇ ਮੈਦਾਨੇ ਜੰਗ ਵਿੱਚ ਵੜ ਗਿਆ ਹੈ, ਉੱਚੀ ਬਕਦਾ ਕਿ ਹੱਲਾ ਕਰੋ ਅਖੇ, ਹੱਲਾ ਕਰੋ ਅਖੇ। ਉੱਥੇ ਕੌਣ ਹੱਲਾ ਕਰੇ ਹੁਣ। ਇੱਕ ਬਿਧੀ ਚੰਦ ਲਲਕਾਰ ਤਾਹੇ। ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਅਨਵਰ ਖਾਨ ਨੂੰ ਦੇਖਿਆ ਤੇ ਉਹਨੂੰ ਲਲਕਾਰਿਆ ਵੀ ਆ ਜਾ ਆਖੇ, ਬਗਾਨੀਆਂ ਮਾਵਾਂ ਦੇ ਪੁੱਤ ਕਿਉਂ ਮਰਾਉਣੇ, ਅੱਜ ਆਪਾਂ ਹੀ ਦੇਖ ਲੈਂਦੇ ਆ ਕਿਹਦੀਆਂ ਬਾਹਾਂ 'ਚ ਬਲ ਹੈ, ਕਿਹਦੇ ਡੌਲਿਆਂ 'ਚ ਜਾਨ ਹੈ, ਵੇਖਦੇ ਆ ਕਿਹਦੀ ਹਿੱਕ ਦੇ ਵਿੱਚ ਕਿੰਨੀ ਕੁ ਤਾਕਤ ਹੈ। ਤੂੰ ਖੁਦ ਆ ਮੇਰੀ ਹਿੱਕ 'ਚ ਵੱਜ, ਮੈਂ ਤੇਰੀ ਮਰਦਾਨਗੀ ਪਰਖਦਾ ਹਾਂ। ਮਿਲ ਪਰੇ ਵੀਰ ਤਬ ਆਪ ਮਾਹੇ। ਉਸ ਵੇਲੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਦੀ ਲਲਕਾਰ ਦੇ ਨਾਲ ਸੂਰਮੇ ਆਪਸ ਵਿੱਚ ਮਿਲ ਗਏ ਹਨ। ਕੀਨਸ ਚਿਨਾਰ ਤਬ ਖਾਨ ਦੇਖ। ਉਸ ਵੇਲੇ ਅਨਵਰ ਖਾਨ ਨੇ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਦਾ ਬੋਲਾ, ਉਹਨਾਂ ਦਾ ਆਵਾਜ਼ ਔਰ ਉਹਨਾਂ ਦਾ ਦੀਦਾਰ ਵੇਖਿਆ
ਤੇ ਪਛਾਣ ਲਿਆ। ਕੀ ਪਛਾਣਿਆ? ਗੁਰ ਸਿੱਖ ਅਧਿਕ ਰਹਿ ਢੀਕ ਵਿਸੇਖ। ਔਰ ਕਿਹਾ ਕਿ ਇਹ ਅਧਿਕ ਸਿੱਖ ਹਨ, ਵੱਡੇ ਸਿੱਖ ਹਨ ਬਾਬਾ ਬਿਧੀ ਚੰਦ ਜੀ ਸਾਹਿਬ। ਸਤਿਗੁਰੂ ਜੀ ਮਹਾਰਾਜ ਜੀ ਦੇ ਪਾਸ ਇਹ ਵਿਸ਼ੇਸ਼ ਮਰਾਤਬੇ ਤੇ ਹਨ। ਇਹ ਕਾਰਦਾਰ ਸ੍ਰੀ ਹਰਗੋਬਿੰਦ। ਔਰ ਇਹ ਕਾਰਦਾਰ ਹਨ। ਇਹ ਸੋ ਫਾਰਸੀ ਦਾ ਸ਼ਬਦ ਹੈ ਜਿਹਨੂੰ ਅੱਜ ਕੱਲ੍ਹ ਦੀ ਭਾਸ਼ਾ ਵਿੱਚ ਆਪਾਂ ਮੈਨੇਜਰ ਕਹਿੰਦੇ ਹਾਂ, ਉਹਨੂੰ ਕਾਰਦਾਰ ਕਿਹਾ ਕਰਦੇ ਸਨ। ਮਤਲਬ ਉਹ ਦਫ਼ਤਰ ਵਿੱਚ ਕੋਈ ਕਾਰਵਾਈ ਕਰਨ ਵਾਲਾ, ਕੋਈ ਵਿਸ਼ੇਸ਼ ਕੰਮ ਕਰਨ ਵਾਲਾ, ਸੋ ਇੰਤਜ਼ਾਮ ਕਰਨ ਵਾਲਾ। ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਦੇ ਘਰ ਦੀ ਆਮਦਨੀ ਔਰ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਘਰ ਦੀ ਖਰਚੀ ਆਪ ਜੀ ਵੇਖਿਆ ਕਰਦੇ ਸਨ। ਇਹਦੇ ਨਾਲ ਆਪ ਜੀ ਸਿਪਾਹ ਸਲਾਰ ਵੀ ਸਨ, ਸੋ ਫੌਜਾਂ ਦੇ ਆਪ ਜੀ ਆਗੂ ਵੀ ਸਨ, ਸਰਬਰਾਹ ਵੀ ਸਨ, ਜੋ ਗੁਰਸਿੱਖ ਫੌਜਾਂ ਸਨ ਉਹਦੇ। ਔਰ ਵੱਡੇ ਮਰਾਤਬੇ ਤੇ ਮਹਾਰਾਜ ਜੀ ਦੇ ਘਰ ਵਿੱਚ ਸ਼ੁਭਾਏ ਬਣ ਸਨ ਔਰ ਗੁਰੂ ਕਾ ਸੀਨਾ ਹੋਣ ਦਾ ਇਹਨਾਂ ਨੂੰ ਖਿਤਾਬ ਸੀ। ਅਨਵਰ ਖਾਨ ਨੇ ਦੇਖਿਆ ਕਿ ਇਹ ਸਿੱਖ ਨੂੰ ਤਾਂ ਹਮੇਸ਼ਾ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖੱਬੇ ਪਾਸੇ ਤੱਕਦਾ ਹਾਂ। ਇਹ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਘਰੇ ਕਾਰਦਾਰ ਹਨ, ਮੁੱਖ ਇਹ ਵੱਡੇ ਪ੍ਰਬੰਧਕ ਹਨ ਗੁਰੂ ਘਰ ਦੇ। ਲਿਹੋ ਮਾਰ ਮਿਲੋ ਚਹੁ ਔਰ ਬ੍ਰਿੰਦ। ਔਰ ਕਿਹਾ ਕਿ ਇਹਨਾਂ ਨੂੰ ਮਾਰ ਲਵੋ ਤੇ ਚਫੇਰੇ ਤੋਂ ਘੇਰਾ ਪਾ ਲਵੋ। ਇਹਨੂੰ ਮਾਰ ਲੈਣਾ ਵੀ ਬੜੀ ਵੱਡੀ ਪ੍ਰਾਪਤੀ ਸਾਡੇ ਲਈ। ਅਸਮਾਨ ਖਾਨ ਕੋ ਸੰਗ ਲੀਨ। ਉਸ ਵੇਲੇ ਅਸਮਾਨ ਖਾਨ ਨੂੰ ਆਪਣੇ ਨਾਲ ਲਿਆ ਹੈ ਇਹਨੇ। ਚਹੁ ਔਰ ਔਰੜੇ ਜੋਰ ਦੀਨ। ਤੇ ਚਫੇਰੇ ਨੂੰ ਓਰੜ ਕੇ ਆ ਪਏ ਹਨ, ਜ਼ੋਰ ਦਿੱਤਾ ਹੈ ਇਹਨਾਂ ਨੇ। ਬੜ ਪਰਿਓ ਰੋਰ ਛੁਟ ਹੈ ਤੁਫੰਗ। ਉਸ ਵੇਲੇ ਰੌਲਾ ਪੈ ਗਿਆ ਹੈ, ਬੰਦੂਕਾਂ ਛੁੱਟਦੀਆਂ ਹਨ ਭਾਈ। ਇਤ ਗੁਰੂ ਸਿੱਖ ਮਿਲ ਏਕ ਸੰਗ। ਇਧਰ ਸਤਿਗੁਰੂ ਜੀ ਮਹਾਰਾਜ ਜੀ ਦੇ ਗੁਰਸਿੱਖ ਵੀ ਆਪਣੇ ਜੱਥਿਆਂ ਦੇ ਨਾਲ, ਟੋਲਿਆਂ ਦੇ ਨਾਲ ਮਿਸਲਾਂ ਬਣਾ ਕੇ ਇਕੱਠੇ ਹੋ ਗਏ ਹਨ। ਹਥਿਆਰ ਹੱਥ ਲੈ ਸਾਵਧਾਨ। ਔਰ ਆਪਣੇ ਹੱਥ ਵਿੱਚ ਹਥਿਆਰ ਲਏ ਹਨ ਤੇ ਸਾਵਧਾਨ ਸੁਚੇਤ ਹਨ। ਤਬ ਬਿਧੀ ਚੰਦ ਕੋਪਿਓ ਮਹਾਨ। ਉਸ ਵੇਲੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਬੜੇ ਵੀਰ ਰਸ ਵਿੱਚ ਹਨ। ਤਨ ਐਚ ਐਚ ਤਿਆਗੰਤ ਤੀਰ। ਔਰ ਧਨੁਸ਼ ਨੂੰ ਖਿੱਚ ਖਿੱਚ ਕੇ ਤੇ ਤੀਰ ਛੱਡਦੇ ਹਨ। ਤੁਰਕਾਨ ਤੱਕ ਬੇਦਤ ਸਰੀਰ। ਔਰ ਇਸ ਪ੍ਰਕਾਰ ਤੁਰਕਾਂ ਨੂੰ ਤੱਕ ਤੱਕ ਕੇ ਧਨੁਸ਼ ਦੇ ਨਾਲ ਤੀਰ ਚਲਾਉਂਦੇ ਨੇ, ਗੋਰੀਆਂ ਚਲਾਉਂਦੇ ਹਨ ਔਰ ਉਹਨਾਂ ਦੇ ਸਰੀਰਾਂ ਨੂੰ ਬੇਦਤ ਵਿੰਦੇ ਹਨ। ਜਿਸ ਲਗ ਹੈ ਨਹੀਂ ਜਾ ਚੰਤ ਨੀਰ। ਕਵੀ ਜੀ ਕਹਿੰਦੇ ਬਾਬਾ ਜੀ ਸਾਹਿਬ ਜੀ ਦਾ ਲੱਗਿਆ ਹੋਇਆ ਤੀਰ ਜਿਹਦੀ ਹਿੱਕ ਵਿੱਚ ਜਾ ਕੇ ਲੱਗਦਾ ਹੈ ਨਾ, ਉਹ ਪਾਣੀ ਨਹੀਂ ਮੰਗਦਾ। ਪੁਰਾਣੇ ਜ਼ਮਾਨਿਆਂ ਵਿੱਚ ਤੁਸੀਂ ਕਿਤੇ, ਅੱਜ ਵੀ ਪੁਰਾਣੇ ਜ਼ਮਾਨਿਆਂ ਦੀ ਗੱਲ ਥੋੜੀ ਜੀ ਸਾਈਡ ਤੇ ਰਹਿ ਗਈ, ਅੱਜ ਵੀ ਪੁਰਾਣੇ ਜਿਹੜੇ ਮਿਊਜ਼ੀਅਮ ਹਨ, ਅਜਾਇਬ ਘਰ ਨੇ, ਉਹਨਾਂ ਵਿੱਚ ਜਾ ਕੇ ਦੇਖੋਗੇ ਤੇ ਬਹਾਦਰ ਲੋਕ ਸੂਰਮੇ ਆਪਣੇ ਸਰੀਰ ਦੇ ਉੱਪਰ ਸੰਜੋ ਲੋਹੇ ਦੀਆਂ ਪਤਲੀਆਂ ਤੇ ਮਜ਼ਬੂਤ ਜ਼ੰਜੀਰਾਂ ਦੀ ਬਣੀ ਹੋਈ ਅਜੋਕੀ ਭਾਸ਼ਾ ਵਿੱਚ ਜੈਕਟ ਕਹਿ ਲਵੋ, ਇੱਕ ਉਹ ਬਸਤਰਾਂ ਦੇ ਥੱਲਿਓਂ ਦੀ ਪਹਿਲਾਂ ਇੱਕ ਸੂਖਮ ਜਿਹਾ ਮੁਲਾਇਮ ਜਿਹਾ ਬਸਤਰ ਸੋ ਪਾ ਕੇ ਕਿਸੇ ਕਪਾਹ ਇਤਿਆਦਿਕ ਦਾ ਬਣਿਆ ਹੋਇਆ ਉਹਦੇ ਉੱਪਰ ਸਜਾ ਲਿਆ ਕਰਦੇ ਸਨ। ਉੱਪਰ ਉਹ ਸਧਾਰਨ ਜਾਮਾ ਪਾਇਆ ਕਰਦੇ ਸਨ ਤੇ ਉਹਦੇ ਉੱਪਰ ਚਮੜੇ ਦੀ ਬਣੀ ਹੋਈ ਇੱਕ ਜੈਕਟ ਉਹ ਪਾਇਆ ਕਰਦੇ ਸਨ, ਜੋ ਵਿਸ਼ੇਸ਼ ਕਰਕੇ ਹਿੱਕ ਨੂੰ, ਜਿੱਥੇ ਸਾਡਾ ਦਿਲ ਹੁੰਦਾ ਹੈ, ਜਿਗਰ ਹੁੰਦਾ ਹੈ, ਉਹਨੂੰ ਉਹ ਸੇਫ ਕਰਿਆ ਕਰਦੀ ਸੀ। ਸੋ ਇਸ ਪ੍ਰਕਾਰ ਸੁਰੱਖਿਅਤ ਕਰਿਆ ਕਰਦੀ ਸੀ। ਤੀਰ ਚਲਾਉਣਾ, ਤੀਰ ਮਾਰ ਲੈਣਾ ਇੱਕ ਬਹੁਤ ਵੱਡੀ ਮਹਾਰਤ ਨਹੀਂ ਸੀ। ਮਹਾਰਤ ਇਹ ਸੀ ਕਿ ਉਹ ਤੀਰ ਜ਼ਾਇਆ ਨਾ ਜਾਵੇ, ਫਜ਼ੂਲ ਨਾ ਜਾਵੇ, ਵਿਅਰਥ ਨਾ ਜਾਵੇ। ਇਸ ਤਰ੍ਹਾਂ ਤਾਂ ਕਰਕੇ ਉਹ ਥੋੜੀ ਜੀ ਗਰਦਨ ਦੇ ਪਾਸ ਇਹਨਾਂ ਮੁਗਲਾਂ ਦੇ ਜਗ੍ਹਾ ਹੁੰਦੀ ਸੀਗੀ, ਕਿਉਂਕਿ ਇੱਥੇ ਕੋਈ ਔਜ਼ਾਰ ਨਹੀਂ ਸੀਗੇ ਪਾ ਸਕਦੇ ਗਰਦਨ ਨੂੰ ਘੁਮਾਉਣ ਵਾਸਤੇ। ਤੇ ਥੋੜੀ ਜੀ ਜਗ੍ਹਾ ਜਿਹੜੀ ਸੀ ਇਹਨਾਂ ਦੀਆਂ ਅੱਖਾਂ ਦੇ ਆਸ-ਪਾਸ ਹੋਇਆ ਕਰਦੀ ਸੀ। ਬਾਕੀ ਬਾਹਾਂ ਇਤਿਆਦਿਕ ਤੇ ਤੀਰ ਦਾ ਕੋਈ ਅਸਰ ਨਹੀਂ ਸੀ ਹੋਇਆ ਕਰਦਾ। ਉਹਦੇ ਤੇ ਵੀ ਅੰਗਦ, ਬੁਹਾਟੇ ਇਤਿਆਦਿਕ ਇਹ ਸਜਾ ਕੇ ਰੱਖਿਆ ਕਰਦੇ ਸਨ। ਇਹ ਇਸ ਤਰ੍ਹਾਂ ਲੜਿਆ ਕਰਦੇ ਸਨ ਜਿਵੇਂ ਸਮਝ ਲਓ ਲੋਹਾ ਹੀ ਹੋਵੇ, ਕੋਈ ਬੰਦਾ ਨਾ ਹੋਵੇ, ਕੋਈ ਇਨਸਾਨ ਨਾ ਹੋਵੇ। ਤੋ ਬਾਬਾ ਜੀ ਸਾਹਿਬ ਜੀ ਦਾ ਤੀਰ ਆਖਰੋ ਕਿੰਨੀ ਜ਼ੋਰ ਆਪਣੇ ਆਪ ਦੇ ਵਿੱਚ ਰੱਖਦਾ ਸੀ, ਕਿੰਨੀ ਤਾਕਤ ਰੱਖਦਾ ਸੀਗਾ, ਅੰਦਾਜ਼ਾ ਲਗਾ ਸਕਦੇ ਹਾਂ ਆਪ ਜੀ। ਸੋ ਬਾਬਾ ਜੀ ਸਾਹਿਬ ਜੀ ਦਾ ਇੱਕ ਤੀਰ ਜਿਹੜਾ ਹੈ ਉਹ ਜਿਹਦੇ ਵੀ ਜਾ ਕੇ ਲੱਗਦਾ ਹੈ ਤੇ ਕਵੀ ਰਾਜ ਕਹਿੰਦੇ ਨੇ ਕਿ ਉਸ ਵੇਲੇ ਉਹ ਪਾਣੀ ਨਹੀਂ ਮੰਗਦਾ ਹੈ। ਜਿਸ ਲੱਗੇ ਹੈ ਨਹੀਂ ਜਾ ਚੰਤ ਨੀਰ, ਉਹਦੇ ਮੂੰਹ ਵਿੱਚੋਂ ਅੱਲਾ ਵੀ ਨਹੀਂ ਨਿਕਲਦਾ ਹੈ, ਪਾਣੀ ਵੀ ਨਹੀਂ ਮੰਗ ਪਾਉਂਦਾ ਹੈ। ਪਰ ਪਰ ਸੁਸਕ ਗੇਰੰਤ ਵੀਰ। ਔਰ ਕਹਿੰਦੇ ਨੇ ਉਹ ਤੀਰ ਜਿਹੜਾ ਨਾ, ਬੜੀ ਸੁਣਨ ਵਾਲੀ ਗੱਲ, ਪਰ ਪਾਰ ਸ਼ੁਸ਼ਕ, ਸੁੱਕਾ ਹੀ ਪਾਰ ਹੋ ਜਾਂਦਾ ਹੈ। ਉਹ ਕਿੰਨੀ ਤੇਜ਼ੀ ਨਾਲ ਲੰਘਦਾ ਹੋਵੇਗਾ, ਤੁਸੀਂ ਅਨੁਮਾਨ ਲਗਾ ਸਕਦੇ ਆ ਕਿ ਖੂਨ ਦੇ ਨਾਲ ਵੀ ਨਹੀਂ ਸੀ ਭਿੱਜਦਾ ਉਹ।
ਬਿਲਕੁਲ ਹੀ ਸਵਾਇਆ ਜੇ ਉਹਨੂੰ ਖੂਨ ਲੱਗੇ ਤੇ ਲੱਗੇ, ਕੋਈ ਉਂਗਲ ਦੇ ਨਾਲ ਭਾਵੇਂ ਛੂਹ ਕੇ ਦੇਖ ਲਵੇ ਖੂਨ ਲੱਗਾ ਕਿ ਨਹੀਂ ਲੱਗਾ, ਉਹ ਲੰਘਣ ਵਾਲਾ ਹੀ ਜਾਣਦਾ ਸੀਗਾ ਕਿ ਮੇਰੀ ਹਿੱਕ ਪਾੜ ਕੇ ਲੰਘ ਗਿਆ ਹੈ। ਦੂਸਰੇ ਨੂੰ ਪਤਾ ਨਹੀਂ ਸੀਗਾ ਲੱਗਦਾ ਕਿ ਡਿੱਗ ਕੇ ਵੀ ਕਿਵੇਂ ਗਿਆ, ਖੁਰੇ ਦੌਰਾ ਤਾਂ ਨਹੀਂ ਪੈ ਗਿਆ ਇਹਨੂੰ। ਇਸ ਪ੍ਰਕਾਰ ਇੰਨੀ ਤੇਜ਼ੀ ਦੇ ਨਾਲ ਆਪ ਜੀ ਤੀਰ ਚਲਾਉਂਦੇ ਹਨ। ਤਬ ਅਰਿਓ ਆਏ ਅਨਵਰ ਪਠਾਨ, ਇੰਨੇ ਸਮੇਂ ਨੂੰ ਅਨਵਰ ਖਾਨ ਦੂਤ ਜਿਹੜਾ ਸੀ ਉਹ ਆਣ ਕੇ ਅੜ ਗਿਆ ਹੈ। ਉਹ ਕੋਪ ਸੰਗ ਕੀਨਸ ਬਖਾਨ, ਔਰ ਬੜੇ ਕੋਪ ਦੇ ਨਾਲ ਬੜੇ ਗੁੱਸੇ ਦੇ ਨਾਲ ਲਲਕਾਰ ਪਾਈ ਹੈ। ਕਾਰ ਕੀਨ ਬਹੁ ਮਾਰ ਮੋਹੇ, ਬਾਬਾ ਵਿਦਿਆ ਜੀ ਸਾਹਿਬ ਤੁਸਾਂ ਨੇ ਮੇਰਾ ਬੜਾ ਤਰਸਕਾਰ ਕੀਤਾ ਸੀ, ਬੜਾ ਨਰਾਦਰ ਕੀਤਾ ਸੀਗਾ। ਵਿੱਚ ਸਭਾ ਆਬਰੂ ਖੋਹੇ ਤੋਏ, ਔਰ ਕਿਹਾ ਕਿ ਮੇਰੀ ਸਭਾ ਦੇ ਵਿੱਚ ਤੈਂ ਮੇਰੀ ਆਬਰੂ ਖੋਈ ਸੀ, ਮੇਰੀ ਪੱਗ ਲਾ ਕੇ ਮਾਰੀ ਸੀਗੀ। ਅਬ ਲਿਹੋ ਸ ਪਲਟਾ ਕਰ ਵਿਨਾਸ਼, ਔਰ ਕਿਹਾ ਕਿ ਤੇਰਾ ਵਿਨਾਸ਼ ਕਰਕੇ, ਤੇਰਾ ਸਤਿਆਨਾਸ਼ ਕਰਕੇ ਮੈਂ ਹੁਣ ਬਲਦਰਾ ਲਵਾਂਗਾ ਆਪਣਾ। ਤਜ ਦੇਹੁ ਸਰਬ ਜੀਵਨ ਆਸ, ਹੁਣ ਤੂੰ ਆਪਣੇ ਜੀਵਨ ਦੀ ਆਸਾ ਲਾ ਦੇ, ਹੁਣ ਤੇਰਾ ਕੰਮ ਤਮਾਮ ਹੈ ਸਿੱਖਾ। ਤਬ ਮਾਰ ਗੁਰੂ ਕੋ ਗਹਿ ਜਾਏ, ਔਰ ਕਿਹਾ ਕਿ ਤੈਨੂੰ ਮਾਰ ਕੇ ਮੈਂ ਗੁਰੂ ਨੂੰ ਵੀ ਜਾ ਕੇ ਫੜ ਲਵਾਂਗਾ, ਮੈਨੂੰ ਪਤਾ ਗੁਰੂ ਦੇ ਪਾਸ ਤੂੰ ਖਾਸ ਸੂਰਮਾ ਹੈ। ਤਬ ਰੋਏ ਮੋਹੇ ਪਤ ਪੁਰ ਲੁਟਾਏ, ਔਰ ਕਿਹਾ ਕਿ ਫੇਰ ਮੇਰੀ ਪਤ ਰਹੇਗੀ, ਤੈਨੂੰ ਮਾਰ ਕੇ ਗੁਰੂ ਨੂੰ ਫੜ ਲਵਾਂਗੇ। ਗੱਲ ਇੱਥੇ ਖਤਮ ਨਹੀਂ, ਤੁਹਾਡਾ ਵਸਾਇਆ ਹੋਇਆ, ਤੁਹਾਡੇ ਜਿਹੜੇ ਵੱਡੇ ਜਿਹੜੇ ਪਿਓ ਦਾਦੇ ਪੜਦਾਦੇ ਨੇ ਉਹਨਾਂ ਦਾ ਵਸਾਇਆ ਹੋਇਆ ਇਹ ਸ਼ਹਿਰ ਜਿਹੜਾ ਇਹਨੂੰ ਵੀ ਲੁੱਟ ਲਵਾਂਗੇ। ਨਹਿ ਸਹੋ ਤਰਾਸ ਕੋ ਤਨਕ ਕੀਨ, ਔਰ ਕਿਹਾ ਕਿ ਤੁਸਾਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਡਰ ਨਹੀਂ ਮੰਨਿਆ ਹੈ। ਲਸ਼ਕਰ ਤਮਾਮ ਟਿਕ ਨਾਹੇ ਚੀਨ, ਔਰ ਕਿਹਾ ਕਿ ਤੁਸੀਂ ਜਾਣਨ ਦੇ ਬਾਵਜੂਦ ਵੀ ਕਿ ਹਿੰਦੁਸਤਾਨ ਦੇ ਬਾਦਸ਼ਾਹ ਦੇ ਪਾਸ 21 ਲੱਖ ਫੌਜ ਹੈ, ਕਈ ਵਿਦਵਾਨ 22 ਲੱਖ ਵੀ ਕਹਿੰਦੇ, ਚਲੋ ਘੱਟੋ ਘੱਟ 21 ਮੰਨ ਲਵੋ ਤੁਸੀਂ। 21 ਲੱਖ ਉਹਦੇ ਕੋਲ ਫੌਜ ਨੇ ਜਿੰਨੇ ਤੁਹਾਡੇ ਸਿੱਖ ਨਹੀਂ ਸੱਜੇ ਅਜੇ ਤੱਕ, ਤੇ ਇਸ ਕਰਕੇ ਤੁਸੀਂ ਉਹਦਾ ਖੌਫ ਨਹੀਂ ਮੰਨਿਆ ਹੈ। ਇਹਦਾ ਹੁਣ ਤੁਹਾਨੂੰ ਬਦਲਾ ਦੇਣਾ ਪੈਣਾ ਹੈ। ਨਹਿ ਕਰਨ ਉਚਿਤ ਕਰ ਮੋਹੇ ਸੰਗ, ਔਰ ਕਿਹਾ ਕਿ ਜੋ ਤੁਸਾਂ ਨੇ ਮੇਰੇ ਨਾਲ ਕੀਤੀ, ਮੇਰੀ ਪੱਗ ਲਾਈ ਹੈ, ਮੇਰਾ ਅਪਮਾਨ ਕੀਤਾ ਹੈ, ਉਹ ਜੋਗ ਨਹੀਂ ਸੀਗਾ। ਅਬ ਲਿਹੋ ਸੁਪਲਟਾ ਬੀਚ ਜੰਗ, ਔਰ ਕਿਹਾ ਕਿ ਉਹਦਾ ਬਦਲਾ ਹੁਣ ਮੈਂ ਮੈਦਾਨੇ ਜੰਗ ਵਿੱਚ ਲਵਾਂਗਾ। ਸੁਣ ਵਿਧੀ ਚੰਦ ਕੀਨਸ ਬਖਾਨ, ਸੁਣ ਕਰਕੇ ਬਾਬਾ ਵਿਧੀ ਚੰਦ ਜੀ ਸਾਹਿਬ ਜੀ ਨੇ ਜਵਾਬ ਵਜੋਂ ਆਖਿਆ ਹੈ, ਬਲਵਾਨ ਕੇਹਰੀ ਗੁਰ ਮਹਾਨ। ਔਰ ਮਹਾਰਾਜ ਜੀ ਦੇ ਗੁਰਸਿੱਖ ਨੇ ਆਖਿਆ, ਉਹ ਤੁਰਕੜਿਆ ਗੱਲ ਧਿਆਨ ਦੇ ਨਾਲ ਸੁਣ ਲਾ, ਪੱਗ ਆਪਣੀ ਕੰਨਾਂ ਤੋਂ ਤਾਹ ਕਰ ਲਾ, ਚੱਜ ਦੇ ਨਾਲ ਗੌਰ ਦੇ ਨਾਲ ਸੁਣ ਮੇਰੀ ਗੱਲ। ਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹ ਤੁਹਾਡੇ ਸਾਹਮਣੇ ਇੱਕ ਸ਼ੇਰ ਦੀ ਤਰ੍ਹਾਂ ਹਨ। ਸਮ ਤੋਹੇ ਮਿਰਗ ਮਾਰੇ ਅਨੇਕ, ਤੇਰੇ ਵਰਗੇ ਕਈ ਹਰਨਾਂ ਦਾ ਸ਼ਿਕਾਰ ਕੀਤਾ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ। ਪਤਾ ਨਹੀਂ ਕਿੰਨੇ ਕੁ ਉਹਨਾਂ ਨੇ ਜ਼ਮੀਨ ਵਿੱਚ ਦਫਨਾ ਦਿੱਤੇ ਨੇ, ਔਰ ਦਿਨ ਦੂਰ ਨਹੀਂ, ਦੇਖਦਿਆਂ ਦੇਖਦਿਆਂ ਤੇਰੀ ਵੀ ਇੱਥੇ ਕਬਰ ਬਣੇਗੀ। ਜਿਨ ਕੋ ਗਿਣਤ ਨ ਹੋਏ ਵਿਵੇਕ, ਔਰ ਕਿਹਾ ਕਿ ਗਿਣਤੀ ਨਹੀਂ, ਅੱਖਰ ਮੁੱਕ ਜਾਂਦੇ ਨੇ। ਕਿੰਨੇ ਗਰੀਬ ਨਵਾਜ ਮਹਾਰਾਜ ਜੀ ਨੇ ਧਰਤੀ ਵਿੱਚ ਦੱਬ ਦਿੱਤੇ ਹਨ। ਅਰ ਬੜੇ ਮਸਤ ਬਲ ਜੁਤ ਮਤੰਗ, ਔਰ ਕਿਹਾ ਕਿ ਵੱਡੇ ਵੱਡੇ ਬਹਾਦਰ ਲੋਕ, ਜੁਝਾਰੂ ਲੋਕ ਜਿਹੜੇ ਨੇ ਗਰੀਬ ਨਵਾਜ ਮਹਾਰਾਜ ਜੀ ਦੇ ਨਾਲ ਲੜੇ ਹਨ। ਸੋ ਲਲਾ ਬੇਗ ਕੰਬਰ ਜੇ ਅੰਗ, ਔਰ ਕਿਹਾ ਕਿ ਲਲਾ ਬੇਗ ਵਰਗੇ, ਕੰਬਰ ਬੇਗ ਵਰਗੇ, ਮੁਖਲਿਸ ਖਾਨ ਵਰਗੇ ਅੱਜ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ। ਹੱਥ ਮੁਗਲ ਸਿੱਖਾਂ ਅਬਦੁਲ ਪਠਾਨ, ਔਰ ਮੁਗਲਿਸ ਖਾਨ ਮਰਿਆ, ਅਬਦੁੱਲਾ ਮਰਿਆ ਹੈ। ਪਰ ਕਹਿ ਨਿਚੰਤ ਸੁਪਤੇ ਮਹਾਨ, ਔਰ ਕਿਹਾ ਕਿ ਉਹ ਵੇਖ ਲੋ ਸਦਾ ਦੀ ਨੀਂਦ ਸੌਂ ਗਏ ਨੇ, ਹੁਣ ਤੱਕ ਉਹਨਾਂ ਦਾ ਕੋਈ ਸੰਸਾਰ ਤੇ ਨਿਸ਼ਾਨ ਵੀ ਨਹੀਂ ਬਚਿਆ ਹੈ। ਜੇ ਸੁਪਤ ਸਿੰਘ ਕੋ ਮਿਰਗ ਜਗਾਹੇ, ਔਰ ਕਿਹਾ ਕਿ ਜੇ ਸੁੱਤੇ ਹੋਏ ਸ਼ੇਰ ਨੂੰ ਮੱਤ ਮਰੀ ਹੋਵੇ ਕਿਸੇ ਹਿਰਨ ਦੀ ਤੇ ਜਾ ਕੇ ਜਗਾ ਦਵੇ, ਤੋ ਜੀਵਨ ਤਿਸ ਕੋ ਹੋਤ ਨਾਹੇ। ਉਹਦੇ ਜੀਵਨ ਦੀ ਕੋਈ ਉਮੀਦ ਨਹੀਂ ਹੁੰਦੀ ਹੈ। ਗੁਰੂ ਗਰੀਬ ਨਵਾਜ ਮਹਾਰਾਜ ਸ਼ੇਰ ਦੀ ਤਰ੍ਹਾਂ ਨੇ ਅਕਾਰਨ ਕਿਸੇ ਦਾ ਸ਼ਿਕਾਰ ਨਹੀਂ ਕਰਦੇ। ਤੁਸੀਂ ਖੁਦ ਜਾ ਕੇ ਮਹਾਰਾਜ ਜੀ ਨੂੰ ਜਗਾਇਆ, ਉਹਦਾ ਵਿਸ ਤੁਹਾਨੂੰ ਦੇਣਾ ਪਵੇਗਾ। ਅਬ ਕਰੋ ਜਗਾਵਨ ਤੁਮ ਹੋ ਆਏ, ਔਰ ਕਿਹਾ ਕਿ ਹੁਣ ਤੁਸਾਂ ਨੇ ਫਿਰ ਦੁਬਾਰਾ ਮਹਾਰਾਜ ਜੀ ਦੇ ਅੰਦਰ ਸੁੱਤੀ ਹੋਈ ਵੀਰਤਾ ਨੂੰ ਜਗਾਇਆ ਹੈ। ਬਲ ਧਾਰ ਆਜ ਦੇ ਸਭ ਖਪਾਏ। ਔਰ ਕਿਹਾ ਕਿ ਗਰੀਬ ਨਵਾਜ ਮਹਾਰਾਜ ਔਰ ਮਹਾਰਾਜ ਜੀ ਦੇ ਮਰਜੀ ਵੜੇ ਗੁਰਸਿੱਖ ਮਹਾਰਾਜ ਜੀ ਦੇ ਪਾਸੋਂ ਕੁਣਕਾ ਲੈ ਕੇ, ਕਿਣਕਾ ਲੈ ਕੇ, ਇੱਕ ਜ਼ਰਰਾ ਲੈ ਕੇ ਮਹਾਰਾਜ ਜੀ ਦੀ ਬਖਸ਼ਿਸ਼ ਦਾ ਤੁਹਾਡੇ ਇਸ ਰਾਜ ਭਾਗ ਨੂੰ ਤਬਾਹੋ ਬਰਬਾਦ ਕਰਕੇ ਰੱਖ ਦੇਣਗੇ। ਤੁਹਾਡਾ ਖਾਨਦਾਨ ਜਿਹੜਾ ਹੈ ਉਹ ਆਉਣ ਵਾਲੇ ਜ਼ਮਾਨੇ ਵਿੱਚ ਲੋਕਾਂ ਦੇ ਝੂਠੇ ਭਾਂਡੇ ਮਾਂਜੇਗਾ ਤੇ ਹੋ ਰਿਹਾ ਹੈ। ਕਦੇ ਚਿੱਤ ਕਰੇ ਇਹਨਾਂ ਮੁਗਲਾਂ ਦੇ ਹਸ਼ਰ ਨੂੰ ਵੇਖਣ ਦਾ, ਇੱਥੋਂ ਬਹੁਤਾ ਦੂਰ ਨਹੀਂ, ਕਲਕੱਤੇ ਚਲੇ ਜਾਓ। ਸਾਧ ਸੰਗਤ ਜੀ, ਚੰਗੇਜ਼ ਖਾਨ, ਹਲਾਕੂ ਖਾਨ ਔਰ ਬਾਬਰ, ਅਕਬਰ ਔਰ ਉਹਦਾ ਖਾਨਦਾਨ, ਜਹਾਂਗੀਰ, ਸ਼ਾਹਜਹਾਨ ਤੇ ਤੁਰਕੜਾ ਔਰੰਗਜ਼ੇਬ ਚੌਗੱਤਾ,
ਉਹਦੇ ਖਾਨਦਾਨ ਦੀ ਔਰਤ ਸੁਲਤਾਨਾ ਬੇਗਮ ਅੱਜ ਵੀ ਉਹ ਜਿੰਦੀ ਹੈ, ਬੁੱਢੀ ਔਰਤ। ਉਹਦੇ ਨਿੱਕੇ ਨਿੱਕੇ ਨਿਆਣੇ ਟੀ ਸਟਾਲਾਂ ਦੇ ਉੱਪਰ, ਹੋਟਲਾਂ ਦੇ ਉੱਪਰ ਭਾਂਡੇ ਮਾਂਜ ਕੇ, ਕੱਚ ਦੀਆਂ ਗਲਾਸੀਆਂ ਮਾਂਜ ਕੇ ਆਪਣਾ ਢਿੱਡ ਭਰਦੇ ਨੇ। ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ। ਉਹਨਾਂ ਦੇ ਬਣਾਏ ਹੋਏ ਸਾਧ ਸੰਗਤ ਜੀ ਨਿਸ਼ਾਨ ਤਾਂ ਹਨਗੇ। ਲਾਲ ਕਿਲਾ ਉਹਨਾਂ ਦਾ ਬਣਾਇਆ ਹੋਇਆ, ਔਰ ਆਗਰੇ ਦਾ ਬਣਾਇਆ ਹੋਇਆ ਤਾਜ ਮਹਿਲ ਉਹਨਾਂ ਦਾ ਹੈ, ਔਰ ਇਸੇ ਪ੍ਰਕਾਰ ਤਖਤੇ ਤਾਊਸ, ਔਰ ਇਸੇ ਪ੍ਰਕਾਰ ਕੁਤਬ ਮੀਨਾਰ ਤੇ ਵੱਡੀਆਂ ਵੱਡੀਆਂ ਸਰਾਵਾਂ, ਮਕਬਰੇ, ਸਭ ਚੀਜ਼ਾਂ ਤੇ ਜਿੰਦੀਆਂ ਨੇ। ਪਰ ਰਾਜ ਭਾਗ ਉਹਨਾਂ ਦਾ ਨਹੀਂ ਹੈ ਅੱਜ। ਔਰ ਰੋ ਰੋ ਕੇ ਅਕਾਲ ਤਖਤ ਤੇ ਉਹ ਕਹਿੰਦੀ ਸੀਗੀ ਆਣ ਕੇ ਵੀ ਦੁਨੀਆ ਦੇ ਲੋਕੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਤੁਹਾਡੀਆਂ ਗਿਣਤੀਆਂ, ਮਿਣਤੀਆਂ, ਰਾਜ ਭਾਗ, ਤੁਹਾਡਾ ਲਾਹੂ ਲਸ਼ਕਰ ਕੋਈ ਮਹਿਨਾ ਨਹੀਂ ਜੇ ਰੱਖਦਾ। ਇਹ ਅੱਲਾਹ ਪਾਕ ਦਾ, ਮੌਲਾ ਤਾਲਾ ਦਾ ਇਹ ਪ੍ਰਤੱਖ ਘਰ ਹੈ। ਇਸ ਘਰ ਦੇ ਵਿੱਚ ਝੁਕ ਕੇ ਆਓ, ਸਭ ਕੁਝ ਮਿਲੇਗਾ। ਜੇ ਤੁਸੀਂ ਚੜ੍ਹ ਕੇ ਆਓਗੇ, ਇਸ ਗਰੀਬ ਨਵਾਜ ਮਹਾਰਾਜ ਜੀ ਦੇ ਘਰ ਦੇ ਉੱਪਰ ਤਕੱਬਰ ਦੇ ਨਾਲ ਆਓਗੇ ਤੇ ਸਾਡਾ ਹਸ਼ਰ ਤੁਸੀਂ ਵੇਖ ਸਕਦੇ ਆ। ਸਾਧ ਸੰਗਤ ਜੀ, ਇਹ ਉਹ ਮੰਗੋਲ ਨੇ ਜਿਹੜੇ ਕਰੀਬਨ 1200 ਸਦੀ 11ਵੀਂ ਸਦੀ ਦੇ ਅਖੀਰ ਵਿੱਚ, 1200 ਸੰਨ ਦੇ ਆਸ-ਪਾਸ ਇਹ ਮੰਗੋਲੀਆ ਮੁਲਕ ਹੈ। ਚੀਨ ਦੇ ਨਾਲ ਸਾਧ ਸੰਗਤ ਜੀ ਇਹਨਾਂ ਦੀ ਹੱਦ ਲੱਗਦੀ ਹੈ। ਅੱਜ ਵੀ ਉਹ ਮੁਲਕ ਜਿੰਦਾ ਜਾਗਦਾ ਹੈ। ਕਦੇ ਚਿੱਤ ਕਰੇ ਤੇ ਉਸ ਪਾਸੇ ਭਾਵੇਂ ਜਾ ਆਉਣਾ, ਜੇ ਵਿਹਲੇ ਹੋਵੋ, ਪੈਸਾ ਹੋਵੇ ਖੁੱਲਾ ਡੁੱਲਾ। ਤੇ ਸਭ ਤੋਂ ਵੱਧ ਕੇ ਬਾਜ਼ ਤੇ ਵਧੀਆ ਚੰਗੀ ਨਸਲ ਦੇ ਘੋੜੇ, ਸ਼ਿਕਾਰੀ ਲੋਕ, ਉਹ ਉੱਥੇ ਮੰਗੋਲੀਆ ਮੁਲਕ ਦੇ ਵਿੱਚ ਅੱਜ ਵੀ ਉਹ ਜੀਵਤ ਹਨ। ਉੱਥੇ ਉਹਨੇ ਮਨੁੱਖ ਨਹੀਂ ਹਨ ਜਿੰਨੇ ਉੱਥੇ ਜਾਨਵਰ ਹਨ ਅੱਜ ਵੀ ਮੰਗੋਲੀਆ ਦੇ ਵਿੱਚ। ਇਹਨਾਂ ਦੀ ਜਿਹੜੀ ਵਾਸਤਵਿਕ ਰਿਆਸਤ ਵਿਰਾਸਤ ਹੈ ਉਹ ਚੀਨ ਨੇ ਦੱਬ ਲਈ ਹੈ। ਇਹਨਾਂ ਨੇ ਸਭ ਤੋਂ ਪਹਿਲਾਂ ਚੀਨ ਹੀ ਫਤਹ ਕੀਤਾ ਸੀ, ਯੂਰਪ ਨੂੰ ਜਿੱਤਿਆ ਸੀ, ਰੂਸ ਇਤਿਆਦਿਕ ਨੂੰ ਜਿੱਤ ਕੇ ਫਿਰ ਇਹ ਬਾਬਰ ਦੇ ਸਮੇਂ ਹਿੰਦੁਸਤਾਨ ਵਿੱਚ ਆਏ ਸਨ ਜਿਹੜੇ ਮੁਗਲ ਸਨ। ਫਿਰ ਸਾਧ ਸੰਗਤ ਜੀ ਅੱਜ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਇਹਨਾਂ ਦੀ ਜ਼ਰੂਰ ਹਿਸਟਰੀ ਪੜ੍ਹ ਕੇ ਦੇਖੋ। ਖਾਲਸਾ ਜੀ, ਜਿਹੜੀਆਂ ਕੌਮਾਂ ਨੇ ਰਾਜ ਕੀਤੇ ਹੋਣ, ਆਪਣਿਆਂ ਦੀਆਂ ਗਦਾਰੀਆਂ ਤੇ ਗਫਲਤਾਂ ਕਰਕੇ ਰਾਜ ਭਾਗ ਗਵਾ ਲਏ ਹੋਣ, ਉਹਨਾਂ ਕੌਮਾਂ ਦੇ ਆਉਣ ਵਾਲੇ ਜਿਹੜੇ ਨੌਜਵਾਨ ਬੱਚੇ ਤੇ ਬੱਚੀਆਂ ਹਨ, ਉਹਨਾਂ ਨੂੰ ਆਪਣੀ ਕੌਮ ਦਾ ਤੇ ਬਗਾਨਿਆਂ ਦੀਆਂ ਕੌਮਾਂ ਦਾ ਜ਼ਰੂਰ ਇਤਿਹਾਸ ਪੜ੍ਹਨਾ ਚਾਹੀਦਾ ਹੈ, ਵਾਚਣਾ ਚਾਹੀਦਾ ਹੈ। ਰਾਜ ਕਿਵੇਂ ਬਣਦੇ ਨੇ, ਮੁਲਕ ਕਿਵੇਂ ਬਣਦੇ ਨੇ, ਔਰ ਕਿਵੇਂ ਰਾਜ ਭਾਗ ਤਬਾਹੋ ਬਰਬਾਦ ਹੁੰਦੇ ਨੇ, ਔਰ ਕਿਵੇਂ ਰਾਜ ਭਾਗ ਕਾਇਮ ਹੁੰਦੇ ਨੇ, ਸਾਨੂੰ ਵੇਖਣਾ ਚਾਹੀਦਾ ਹੈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਨੂੰ ਆਖਿਆ ਕਿ ਮੇਰਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਔਰ ਮੇਰੀ ਬਾਣੀ ਪੜ੍ਹੇ। ਇਹਦੇ ਨਾਲ ਮੇਰਾ ਗੁਰਸਿੱਖ ਰਾਜਨੀਤੀ ਨੂੰ ਜ਼ਰੂਰ ਪੜ੍ਹੇ। ਖਾਲਸਾ ਜੀ, ਸਾਨੂੰ ਹਿੰਦੁਸਤਾਨ ਦੀ ਰਾਜਨੀਤੀ, ਪੰਜਾਬ ਦੀ ਰਾਜਨੀਤੀ ਹੀ ਨਹੀਂ, ਇੰਟਰਨੈਸ਼ਨਲ ਪੱਧਰ ਤੇ ਜਿਹੜੀ ਰਾਜਨੀਤੀ ਹੈ ਉਹ ਵੀ ਸਾਨੂੰ ਬਚਣੀ ਚਾਹੀਦੀ ਹੈ। ਕਿਤੇ ਐਵੇਂ ਨਾ ਸੋਚ ਲਿਓ ਕਿ ਜੇ ਤੁਹਾਡੇ ਅੱਜ ਮੁੱਦਿਆਂ ਨੂੰ ਮੰਨ ਲਿਆ ਗਿਆ ਹੈ, ਤੁਹਾਡੇ ਮੁੱਦੇ ਮੰਨ ਲਏ ਗਏ ਨੇ, ਜੇ ਤੁਹਾਡੇ ਬਿੱਲ ਰੱਦ ਹੋ ਗਏ ਨੇ, ਇਹਦੇ ਮਗਰ ਸਧਾਰਨ ਕਾਰਨ ਨਹੀਂ ਖਾਲਸਾ ਜੀ, ਇਹਦੇ ਮਗਰ ਇੰਟਰਨੈਸ਼ਨਲ ਪੱਧਰ ਦੀ ਰਾਜਨੀਤੀ ਹੈ। ਨਹੀਂ ਯਕੀਨ ਤੇ ਇਹਦਾ ਮੁਤਾਲਾ ਕਰਕੇ ਦੇਖ ਲੈਣਾ। ਹਿੰਦੁਸਤਾਨ ਵਿੱਚ ਭਾਵੇਂ ਤੁਹਾਡੀ ਕੋਈ ਕਦਰੋ ਕੀਮਤ ਨਹੀਂ ਜਾਣਦਾ, ਪਰ ਦੁਨੀਆ ਤੁਹਾਡੇ ਲੋਹੇ ਨੂੰ ਮੰਨਦੀ ਹੈ। ਖਾਲਸਾ ਜੀ, ਗੁਰੂ ਤੇ ਸਿਦਕ ਰੱਖੋ, ਗੁਰੂ ਗਰੀਬ ਨਵਾਜ ਮਹਾਰਾਜ ਜੀ ਦੀ ਬਾਣੀ ਪੜ੍ਹੋ, ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਤੋਂ ਕਦੇ ਮੁਨਕਰ ਨਾ ਹੋਇਓ। ਤੁਹਾਡੇ ਚਿੱਤ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਤਰਕਾਂ ਵੀ ਕਿਉਂ ਨਾ ਆਉਣ, ਔਰ ਜਿੰਨੇ ਮਰਜ਼ੀ ਅਸੀਂ ਆਧੁਨਿਕ ਜ਼ਮਾਨੇ ਦੇ ਵਿਰਹਿਣ ਵਾਲੇ ਬਣ ਜਾਈਏ, ਬਾਵਜੂਦ ਇਹਦੇ ਸਰਬਵਿਰੋਧੀਆਂ ਸ੍ਰੀ ਸਾਹਿਬਾਂ ਰੇਤਾ ਦੇ ਨਾਲ ਮਾਂਜਣੀਆਂ ਕਦੇ ਨਾ ਭੁੱਲ ਜਾਇਓ। ਗੁਰੂ ਗਰੀਬ ਨਵਾਜ ਮਹਾਰਾਜ ਜੀ ਤੁਹਾਨੂੰ ਚੰਗੀਆਂ ਤੋਂ ਚੰਗੀਆਂ ਗੱਡੀਆਂ ਦੇਣ, ਤੁਹਾਡੀ ਅਸਵਾਰੀ ਵਾਸਤੇ ਗੱਡੀਆਂ ਯੂਰਪ ਦੇ ਵਿੱਚੋਂ ਆਉਣ, ਹਿੰਦੁਸਤਾਨ ਵਿੱਚ ਬਣਨ ਵਾਲੀਆਂ ਗੱਡੀਆਂ ਤੇ ਤੁਹਾਨੂੰ ਸਬਰ ਨਾ ਆਵੇ। ਤੁਹਾਡੇ ਬੰਗਲੇ ਹੋਣ, ਤੁਹਾਡੇ ਆਪਣੇ ਜੱਟ ਹੋਣ, ਤੁਸੀਂ ਆਪਣੇ ਜਹਾਜ਼ਾਂ ਤੇ ਆਓ। ਗੁਰੂ ਤੁਹਾਨੂੰ ਇੰਨੇ ਮਰਾਤਬੇ ਦੇਵੇ, ਬਾਵਜੂਦ ਇਹਦੇ ਘੋੜ ਅਸਵਾਰੀ ਦੀ ਜ਼ਰੂਰ ਇੱਛਾ ਰੱਖਿਓ। ਤੁਹਾਡੇ ਚੰਗੇ ਚੰਗੇ ਫਾਰਮ ਹੋਣ, ਉੱਥੇ ਕਦ ਘੋੜਾ ਜ਼ਰੂਰ ਸਜਾ ਲਿਓ। ਉਸ ਘੋੜੇ ਨੂੰ ਖਰਖਰਾ ਫੇਰਨਾ ਆਉਂਦਾ ਹੋਵੇ, ਲਗਾਮ ਪਾਉਣੀ ਆਉਂਦੀ ਹੋਵੇ, ਔਰ ਉਹਨੂੰ ਮਸਾਲਾ ਦੇਣਾ ਆਉਂਦਾ ਹੋਵੇ। ਘੋੜੇ ਦੀ ਅਸਵਾਰੀ ਕਦੇ ਨਾ ਭੁੱਲਿਓ। ਜੋ ਗੁਰੂ ਗਰੀਬ ਨਵਾਜ ਮਹਾਰਾਜ ਜੀ ਨੇ ਸਾਨੂੰ ਨਿਆਮਤਾਂ ਦਿੱਤੀਆਂ ਨੇ, ਖਾਲਸਾ ਜੀ ਨੂੰ ਕਦੇ ਵੀ ਜ਼ਿੰਦਗੀ ਵਿੱਚ ਨਾ ਭੁੱਲਿਓ, ਜ਼ਿੰਦਗੀ ਵਿੱਚ ਕਦੇ ਨਾ ਭੁੱਲਿਓ। ਗੁਰੂ ਗਰੀਬ ਨਵਾਜ ਮਹਾਰਾਜ ਜੀ ਦਾ ਇਤਿਹਾਸ ਸਾਡੇ ਲਈ ਮਾਰਗ ਦਰਸ਼ਕ ਹੈ। ਅਬ ਕਰੋ ਜਗਾਵਨ ਤੁਮ ਹੋ ਆਏ, ਬਲ ਧਾਰ ਆਜ ਦੇ ਸਭ ਖਪਾਏ। ਕਿਆ ਗੁਰੂ ਗਰੀਬ ਨਵਾਜ ਮਹਾਰਾਜ ਅੱਜ ਵੀ ਐਸੇ ਬਲਸ਼ਾਲੀ ਹਨ
ਕਿ ਤੁਸੀਂ ਸੁੱਤੇ ਹੋਏ ਸ਼ੇਰ ਨੂੰ ਜਗਾਇਆ ਹੈ। ਉਹ ਖਪਾ ਕੇ ਰੱਖ ਦੇਣਗੇ, ਬਰਬਾਦ ਕਰਕੇ ਰੱਖ ਦੇਣਗੇ। ਇਹ ਬਰਬਾਦ ਹੋ ਗਏ ਨੇ। ਜਿੰਨੇ ਵੀ ਮੱਥਾ ਲਾਇਆ ਉਹ ਬਰਬਾਦ ਹੋਇਆ ਹੈ। ਜੋ ਅੱਗੇ ਵੀ ਲਾਵੇਗਾ, ਅਸੀਂ ਰਹੀਏ ਨਾ ਰਹੀਏ, ਤੁਸੀਂ ਰਹੋ ਨਾ ਰਹੋ, ਪਰ ਇਹ ਅਸਮਾਨ, ਇਹ ਜ਼ਮੀਨ, ਇਹ ਟਹਿਕਦੀ ਹੋਈ ਹਵਾ ਗਵਾਹੀ ਦੇਵੇਗੀ ਕਿ ਸਿੱਖ ਕੌਮ ਦੇ ਨਾਲ ਮੱਥਾ ਲਾਉਣ ਵਾਲਾ ਕਦੇ ਉਹਦਾ ਮੱਥਾ ਬਚੇਗਾ ਨਹੀਂ। ਉਹਦਾ ਸੰਸਾਰ ਤੇ ਨਾਮੋ ਨਿਸ਼ਾਨ ਮਿਟ ਜਾਵੇਗਾ। ਉਹ ਤਬਾਹੋ ਬਰਬਾਦ ਹੋ ਜਾਵੇਗਾ, ਨਿਸਤੋ ਨਾਬੂਦ ਹੋ ਜਾਵੇਗਾ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਇਸ ਕੌਮ ਵਰਗੀ ਸੰਸਾਰ ਤੇ ਕੋਈ ਕੌਮ ਨਹੀਂ। ਜੇ ਗੱਲ ਮੈਂ ਕਹਾਂ ਤਾਂ ਜੱਚਦੀ ਨਹੀਂ। ਇਹ ਗੱਲ ਦੰਡੀ ਸੰਨਿਆਸੀ ਵਰਗੇ ਖਾਟ ਸ਼ਾਸਤਰੀ ਤੇ ਚਤੁਰਵੇਦੀ ਕਹਿੰਦੇ ਨੇ ਕਿ ਸਿੱਖ ਧਰਮ ਸਰਵੋਤਮ ਧਰਮ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਸਭ ਤੋਂ ਵੱਡੇ ਰਹਿਬਰ ਹਨ। ਇਹ ਕੌਮ ਵੰਡ ਕੇ ਖਾਂਦੀ ਹੈ। ਇਹ ਕੌਮ ਰੇਲ ਵਿੱਚ ਸਫ਼ਰ ਕਰਦੀ ਹੋਵੇ, ਕੋਈ ਸਾਹਮਣੇ ਬੈਠਾ ਹੋਵੇ, ਜਾਣ ਪਛਾਣ ਨਹੀਂ, ਪਤਾ ਨਹੀਂ ਕੌਣ ਕਿੱਥੋਂ ਆਇਆ ਹੈ, ਕਿੱਥੇ ਜਾਵੇਗਾ, ਉਹਦੀ ਭਾਸ਼ਾ ਵੀ ਨਹੀਂ ਜਾਣਦਾ ਸਿੱਖ। ਇਸ਼ਾਰੇ ਨਾਲ ਕਹਿੰਦਾ ਕਿ ਛਕੋਗੇ, ਹੱਦ ਹੋ ਗਈ, ਕੋਈ ਜਾਣ ਪਛਾਣ ਨਹੀਂ। ਇਹ ਕੱਲਾ ਰੋਟੀ ਨਹੀਂ ਖਾ ਸਕਦਾ ਹੈ, ਕੱਲਾ ਰੋਟੀ ਖਾ ਹੀ ਨਹੀਂ ਸਕਦਾ ਹੈ। ਜਿਹੜੀਆਂ ਕੌਮਾਂ ਦੀ ਰੋਟੀ, ਜਿਹੜੀਆਂ ਕੌਮਾਂ ਦਾ ਭੋਜਨ ਬੰਦਗੀ ਹੋਵੇ, ਉਹ ਕੌਮਾਂ ਕਦੇ ਮਰਦੀਆਂ ਨਹੀਂ ਹਨ। ਇਹ ਵੰਡ ਕੇ ਖਾਂਦਾ ਹੈ। ਵੰਡ ਕੇ ਖਾਣਾ ਸਾਧ ਸੰਗਤ ਜੀ ਇਹਨੂੰ ਗੁਰੂ ਨਾਨਕ ਵੱਲੋਂ ਦਿੱਤੀ ਹੋਈ ਨਿਆਮਤ ਹੈ, ਬਖਸ਼ਿਸ਼ ਹੈ। ਇਹ ਆਪਣੇ ਇਹ ਗੁਣ ਨਾ ਛੱਡੀਏ ਔਰ ਇਹਨਾਂ ਔਗਣਾਂ ਨੂੰ ਕਦੇ ਧਾਰਨ ਨਾ ਕਰੀਏ। ਖੁਦ ਪ੍ਰਸਤ ਨਾ ਹੋਈਏ, ਮੌਕਾ ਪ੍ਰਸਤ ਨਾ ਹੋਈਏ। ਸੰਸਾਰ ਤੇ ਸਾਡੀ ਜਿੱਤ ਹੀ ਜਿੱਤ ਹੈ। ਬਹਾਦਰ ਬਾਬਾ ਵਿਧੀ ਚੰਦ ਜੀ ਸਾਹਿਬ ਖੋਜੇ ਅਨਵਰ ਨੂੰ ਕਹਿੰਦੇ ਨੇ, ਅਨਵਰਾ ਤੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਸੁੱਤੀ ਹੋਈ ਕਲਾ ਜਗਾਈ ਹੈ, ਸ਼ੇਰ ਜਗਾਇਆ ਹੈ, ਇਹਦਾ ਤੈਨੂੰ ਇਵਜ਼ ਤੇ ਦੇਣਾ ਪੈਣਾ ਹੈ। ਇਹਦਾ ਤੈਨੂੰ ਕੋਈ ਨਾ ਕੋਈ ਜ਼ੁਰਮਾਨਾ ਤੇ ਭਰਨਾ ਪਵੇਗਾ। ਆ ਜਾ ਭਰ ਲਾ ਹੁਣ। ਨਹਿ ਤਜਹਿ ਕਰੋ ਕੇਤਕ ਉਪਾਏ। ਔਰ ਕਿਹਾ ਕਿ ਛੱਡਣਗੇ ਨਹੀਂ, ਜਿੰਨੇ ਮਰਜ਼ੀ ਉਪਾਰ ਕਰ ਲਾ ਹੁਣ। ਜੇ ਜੀਵਨ ਚਾਹੇ ਅਬ ਤੇ ਪਲਾਏ। ਔਰ ਕਿਹਾ ਜੀਣਾ ਚਾਹੁੰਦਾ ਤੇ ਮੌਕਾ ਹੈਗਾ, ਚਲਾ ਜਾ। ਜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ ਤੈਨੂੰ। ਸੁਨ ਅਨਵਰ ਮਨ ਰਿਸ ਅਧਿਕ ਧਾਰ। ਸੁਣ ਕਰਕੇ ਅਨਵਰ ਇਹ ਦੂਤ ਮਨ ਵਿੱਚ ਕ੍ਰੋਧ ਵਿੱਚ ਆ ਗਿਆ, ਮੱਤ ਮਰ ਗਈ, ਭੱਜਿਆ ਨਹੀਂ ਹੈ। ਤਨ ਐਚ ਤਾਕ ਕਰ ਸਰ ਪ੍ਰਹਾਰ। ਧਨੁਸ਼ ਖਿੱਚਿਆ ਹੈ ਤੇ ਤੀਰ ਛੱਡਿਆ ਹੈ। ਲਗ ਜੀਨ ਮਾਹੇ ਅਟਕਿਓ ਮਝਾਰ। ਕਹਿੰਦੇ ਉਸ ਵੇਲੇ ਸੋ ਇਹਨੇ ਤੀਰ ਖਿੱਚਿਆ ਹੈ। ਜਦੋਂ ਤੀਰ ਛੱਡਿਆ ਹੈ ਤੇ ਬਹਾਦਰ ਬਾਬਾ ਵਿਧੀ ਚੰਦ ਜੀ ਸਾਹਿਬ ਜੀ ਦੇ ਘੋੜੇ ਦੀ ਜੋ ਜ਼ੀਨ ਕਾਠੀ ਹੈ, ਉਹਨੂੰ ਜਾ ਕੇ ਲੱਗਿਆ ਤੀਰ, ਉੱਥੇ ਖੜ ਗਿਆ। ਸਭ ਵਿਧੀ ਚੰਦ ਹੈ ਕੋ ਸੰਭਾਰ। ਮਾਫ ਕਰਨਾ, ਬਾਬਾ ਵਿਧੀ ਚੰਦ ਜੀ ਸਾਹਿਬ ਜੀ ਦੇ ਸਰੀਰ ਦੇ ਉੱਪਰ ਇਹ ਪੰਥ ਪ੍ਰਕਾਸ਼ ਵਿੱਚ ਲਿਖਿਆ ਹੋਇਆ, ਗਿਆਨੀ ਗਿਆਨ ਸਿੰਘ ਜੀ ਇਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿ ਬਾਬਾ ਜੀ ਸਾਹਿਬ ਜੀ ਦੇ ਸਰੀਰ ਨੂੰ ਤੀਰ ਛੋਇਆ ਸੀ। ਇੱਥੇ ਜ਼ੀਨ ਕਾਠੀ ਲਿਖਿਆ ਹੋਇਆ। ਚਲੋ ਸਰੀਰ ਨੂੰ ਛੋ ਕੇ ਕਾਠੀ ਨੂੰ, ਜਾਂ ਕਾਠੀ ਨੂੰ ਛੋ ਕੇ ਸਰੀਰ ਨੂੰ ਜ਼ਰੂਰ ਛੋਇਆ ਸੀਗਾ ਇਹ। ਇਤ ਉਤ ਤਬਾਏ ਚੋ ਗਿਰਤ ਫੇਰ। ਇਸ ਪ੍ਰਕਾਰ ਬਾਬਾ ਜੀ ਸਾਹਿਬ ਜੀ ਨੇ ਆਪਣੇ ਘੋੜੇ ਨੂੰ ਇੱਧਰ ਉੱਧਰ ਦੌੜਾਇਆ ਹੈ, ਤੇਜ਼ ਕੀਤਾ ਹੈ। ਗੁਣ ਮਹਿ ਆਰੋਪ ਖਪਰਾ ਬੜੇਰ। ਕਹਿੰਦੇ ਉਸ ਵੇਲੇ ਇੱਕ ਤੀਰ ਖੱਪੜਾ ਜੋ ਸਮਝ ਲਓ ਸ਼ੇਸ਼ ਨਾਗ ਦੀ ਫਨ ਵਰਗਾ ਹੋਵੇ, 2.5 ਚੱਪੇ। ਤਨ ਤਾਨ ਕਾਨ ਲਗ ਰਿਸ ਮਹਾਨ। ਉਸ ਵੇਲੇ ਖੱਬਾ ਹੱਥ ਸਿੱਧਾ ਕਰ ਲਿਆ ਹੈ ਤੇ ਸੱਜੇ ਹੱਥ ਨੂੰ ਸੱਜੇ ਕੰਨ ਤੱਕ ਖਿੱਚਿਆ ਹੈ, ਪੂਰੀ ਜ਼ੋਰ ਦੀ। ਰਿਪ ਤਾਕ ਲਛ ਛੋੜਿਓ ਸੁਬਾਨ। ਉਸ ਵੇਲੇ ਦੁਸ਼ਮਣ ਦਾ ਹਦਫ ਲੈ ਕੇ, ਦੁਸ਼ਮਣ ਦਾ ਲਕਸ਼ ਲੈ ਕੇ, ਨਿਸ਼ਾਨਾ ਲੈ ਕੇ ਤੀਰ ਛੱਡਿਆ ਹੈ। ਸਮ ਸਰਪ ਸੂਕ ਚਾਲਿਓ ਵਿਸਾਲ। ਉਸ ਵੇਲੇ ਸੱਪ ਦੀ ਤਰ੍ਹਾਂ ਸ਼ੂਕਦਾ ਹੋਇਆ, ਸੱਪ ਉੱਡਣੇ ਵੀ ਹੁੰਦੇ ਹਨ, ਉੱਡਣੇ ਨਾਗ ਦੀ ਤਰ੍ਹਾਂ ਗਿਆ ਹੈ। ਬੜ ਬੇਗ ਸਹਿਤ ਲਗ ਸ਼ਤਰੂ ਕਪਾਲ। ਔਰ ਬੜੀ ਬੇਗ ਕਾਲੀ ਦੇ ਨਾਲ ਸ਼ਤਰੂ ਦੁਸ਼ਮਣ ਦੇ ਜਾ ਕੇ ਮੱਥੇ 'ਚ ਲੱਗਾ ਹੈ। ਪੰਖਨ ਸਮੇਤ ਧਸ ਹੋਏ ਪਾਰ। ਕਹਿੰਦੇ ਪੰਖਿਆਂ ਦੇ ਸਮੇਤ, ਖੰਭਾਂ ਦੇ ਸਮੇਤ ਇਹ ਤੀਰ ਜਿਹੜਾ ਸੀ ਪਾਰ ਹੋ ਗਿਆ। ਪੁੱਛ ਰਹਿਓ ਦਿਖਤ ਬਾਗਰ ਆਕਾਰ। ਤੇ ਕਵੀ ਜੀ ਕਹਿੰਦੇ ਉਸ ਤੀਰ ਦੇ ਜਿਹੜੇ ਖੰਭ ਨੇ ਉਹ ਦਿਖ ਰਹੇ ਨੇ, ਬਾਕੀ ਕੁਝ ਵੀ ਨਹੀਂ ਦਿਖਦਾ ਹੈ। ਜੁਗ ਭੋਹ ਬੀਚ ਸੋ ਅਸ ਸੁਹਾਏ। ਕਹਿੰਦੇ ਦੋਨਾਂ ਹੀ ਭੌਵਾਂ, ਅੱਖਾਂ ਦੇ ਪਰਵਟਿਆਂ ਦੇ ਵਿੱਚ, ਐਨ ਮੱਥੇ ਦੀ ਪੁੜਪੜੀ ਦੇ ਵਿੱਚ ਉਹ ਤੀਰ ਇਵੇਂ ਸ਼ੋਭਦਾ ਹੈ। ਜਨ ਤਿਲਕ ਲਾਲ ਸੁੰਦਰ ਲਗਾਏ। ਕਹਿੰਦੇ ਜਿਵੇਂ ਕਿਸੇ ਸਾਰਸੁਤ ਬ੍ਰਾਹਮਣ ਨੇ, ਕਿਸੇ ਕਸ਼ਮੀਰੀ ਪੰਡਤ ਨੇ ਮੱਥੇ ਤੇ ਤਿਲਕ ਲਾਇਆ ਹੋਵੇ। ਇਹ ਜਤਨ ਸੰਗ ਕੈ ਗੁਲ ਅਨਾਰ। ਕਹਿੰਦੇ ਇਸ ਪ੍ਰਕਾਰ, ਜਾਂ ਦੂਸਰੀ ਗੱਲ ਸਮਝ ਲਓ ਵੀ ਕਿਸੇ ਨੇ ਯਤਨ ਕਰਕੇ ਅਨਾਰ ਦੇ ਫੁੱਲ ਖੜਾਏ ਹੋਣ। ਉਹ ਸਜਹਿ ਭਾਲ ਰਾਖਿਓ ਸੁਧਾਰ। ਤੇ ਉਸ ਅਨਾਰ ਦੇ ਫੁੱਲਾਂ ਨੂੰ, ਅਨਾਰ ਦੇ ਫੁੱਲ ਹੁੰਦੇ ਨੇ ਜਿਨ੍ਹਾਂ ਨੇ ਘਰੇ ਅਨਾਰ ਉਗਾਇਆ, ਉਹਨਾਂ ਨੂੰ ਪਤਾ ਹੋਵੇਗਾ, ਬੜੇ ਸੁੰਦਰ ਹੁੰਦੇ
ਹੁੰਦੇ ਨੇ ਤੇ ਫੁੱਲ ਉਹਨਾਂ ਫੁੱਲਾਂ ਦਾ ਹੀ ਅਨਾਰ ਫਲ ਬਣਦਾ ਹੈ। ਕਹਿੰਦੇ ਜਿਵੇਂ ਮੰਨ ਲਓ ਕਿਸੇ ਨੇ ਯਤਨ ਕਰਕੇ ਕੋਈ ਗੂੰਦ ਇਤਿਆਦਿਕ ਲਾ ਕੇ ਕਿਸੇ ਰੁੱਖ ਦੀ ਬੂੰਦ ਲਾ ਕੇ ਆਪਣੇ ਮੱਥੇ ਤੇ ਫੁੱਲ ਲਾਇਆ ਹੋਵੇ, ਇਸ ਤਰ੍ਹਾਂ ਉਹ ਤੀਰ ਦੇ ਜਿਹੜੇ ਖੰਭ ਨੇ ਇਹਦੇ ਮੱਥੇ ਤੇ ਸੱਜ ਰਹੇ ਹਨ। ਜਨ ਬੈਠ ਨਿਡਰ ਮੈਂ ਸਿਰ ਨਿਕਾਰ। ਇਹ ਕਵੀ ਜੀ ਕਹਿੰਦੇ ਨੇ ਜਾਂ ਸਮਝ ਲਓ ਵੀ ਕਿਸੇ ਆਲਣੇ ਦੇ ਵਿੱਚ ਬੈਠ ਕੇ ਇੱਕ ਪੰਛੀ ਇਹੋ ਬਤਸ ਸਾਰ ਕਾ ਮੁਖ ਪਸਾਰ। ਔਰ ਸਾਰ ਕਾ ਤੋਤਾ ਜਿਹੜਾ ਹੈ ਮੂੰਹ ਪਸਾਰ ਕੇ ਖੜਿਆ ਹੋਵੇ। ਜਨ ਵਿਧੀ ਚਾਂਦ ਕੋ ਕ੍ਰੋਧ ਲਾਲ। ਕਵੀ ਜੀ ਕਹਿੰਦੇ ਜੇ ਅਜੇ ਵੀ ਗੱਲ ਨਹੀਂ ਸਮਝ ਲੱਗੀ ਤਾਂ ਇਸ ਤਰ੍ਹਾਂ ਸਮਝ ਲਓ ਵੀ ਜਿਵੇਂ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਦਾ ਜਿਹੜਾ ਕ੍ਰੋਧ ਹੈ, ਵੀਰ ਰਸ ਹੈ ਲਾਲ ਰੰਗ ਦਾ, ਸਿਰ ਭਇਓ ਜਾਏ ਤੱਕ ਸਤਰੂ ਭਾਲ। ਔਰ ਉਹ ਵੀਰ ਰਸ ਜਿਹੜਾ ਹੈ ਜਾ ਕੇ ਅਨਵਰ ਖਾਨ ਦੇ ਮੱਥੇ ਤੇ ਸ਼ੁਭ ਗਿਆ ਹੋਵੇ। ਗਿਰ ਪਰਿਓ ਭੂਮ ਪਰ ਚੰਮੂ ਹਤੋਏ। ਉਸ ਵੇਲੇ ਮੈਦਾਨੇ ਜੰਗ ਵਿੱਚ ਧਰਤੀ ਤੇ ਝੂਮ ਕੇ ਡਿੱਗ ਪਿਆ ਹੈ ਖੋਜਾ ਅਨਵਰ। ਲਗ ਪਾਉ ਬੇਗ ਜਿਉ ਬ੍ਰਿਛ ਕੋਏ। ਕਹਿੰਦੇ ਜਿਵੇਂ ਮੰਨ ਲਓ ਕੋਈ ਬੁੱਢਾ ਰੁੱਖ ਹੋਵੇ ਤੇ ਕਈ ਦਿਨ ਉਹਦੀਆਂ ਕੋਈ ਜੜਾਂ ਪੁੱਟ ਦਿਆ ਹੋਵੇ ਤੇ ਧੜਾ ਕਰਕੇ ਉਹ ਜ਼ਮੀਨ ਤੇ ਡਿੱਗ ਪੈਂਦਾ ਨਾ, ਐਵੇਂ ਡਿੱਗਿਆ ਹੈ। ਵਿਖ ਤੁਰਕ ਤਰਾਸ ਕੋ ਪਾਏ ਪੂਰ। ਇਸ ਵੇਲੇ ਇਹਨਾਂ ਦਾ ਆਗੂ, ਇਹਨਾਂ ਦਾ ਸਿਪਾਹ ਸਲਾਰ, ਇਹਨਾਂ ਦਾ ਕਮਾਨਦਾਰ, ਇਹਨਾਂ ਦਾ ਕਮਾਂਡਰ ਡਿੱਗ ਪਿਆ ਹੈ ਤੇ ਜਿਹੜੇ ਹੋਰ ਤੁਰਕੜੇ ਸਨ ਉਹ ਡਰ ਗਏ ਹਨ, ਕਿਤੇ ਕਹਿਰ ਹੋ ਗਿਆ ਅੱਲਾਹ ਤਾਲਾ ਦਾ। ਤਜ ਚਲੇ ਜੰਗ ਪਿਖ ਸੋਰ ਸੂਰ। ਕਹਿੰਦੇ ਉਸ ਵੇਲੇ ਮੈਦਾਨੇ ਜੰਗ ਨੂੰ ਦੇਖ ਕੇ ਪਿਛਾਂ ਨੂੰ ਹਟ ਚੱਲੇ ਹਨ। ਗੁਰਸੈਨ ਅਦਕ ਹਮਲਾ ਸੁਕਾਲ। ਮਹਾਰਾਜ ਜੀ ਦੇ ਗੁਰਸਿੱਖਾਂ ਨੇ ਕਿਹਾ ਵੀ ਹੁਣ ਚੱਲੇ ਕਿੱਥੇ, ਹੁਣ ਗੱਫਾ ਲੈ ਕੇ ਜਾਇਓ। ਇਸ ਤਰ੍ਹਾਂ ਕਹਿ ਕੇ ਅੱਗੇ ਨੂੰ ਧਾ ਪਏ ਹਨ। ਹੁਣ ਪਰੇ ਰਿਪਨ ਪਰ ਬਰਕਰਾਲ। ਔਰ ਭਿਆਨਕ ਖੌਫ ਬਣ ਕੇ ਉਹਨਾਂ ਦੇ ਵਾਸਤੇ ਡਰ ਬਣ ਕੇ ਮੌਤ ਦੇ ਫਰਿਸ਼ਤੇ ਬਣ ਕੇ ਅਗਾਂਹ ਨੂੰ ਵਧੇ ਹਨ। ਹਸ ਕੋ ਨਿਕਾਸ ਚਮਕਾਏ ਹੱਥ। ਔਰ ਆਪਣੀ ਨਿਆਮ ਦੇ ਵਿੱਚੋਂ ਤਲਵਾਰਾਂ ਕੱਢੀਆਂ ਹਨ, ਚਮਕਦੀਆਂ ਹੋਈਆਂ ਤਲਵਾਰਾਂ ਦੇ ਨਾਲ ਅਗਾਂਹ ਨੂੰ ਵਧੇ ਹਨ। ਕਰ ਤਛਾ ਮੁਛ ਬੜ ਬੇਗ ਸਾਥ। ਔਰ ਵੱਢ ਟੁੱਕ ਕੀਤੀ ਇਹਨਾਂ ਤੁਰਕੜਿਆਂ ਦੇ। ਭਾਜਤ ਕਟੰਤ ਨਹਿ ਟਿਕਤ ਪਾਏ। ਔਰ ਜੋ ਭੱਜਦੇ ਹੋਏ ਮਾਰੀਨ ਮੁੜ ਝਾਕਣ ਨਹੀਂ, ਜਿਵੇਂ 10ਵੇਂ ਪਾਤਸ਼ਾਹ ਨੇ ਦਸਮ ਮਹਾਰਾਜ ਦੀ ਬਾਣੀ ਚੰਡੀ ਦੀ ਵਾਰ ਵਿੱਚ ਲਿਖਿਆ ਹੈ, ਕੋਈ ਟਿਕਦੇ ਨਹੀਂ ਹਨ। ਅਸਮਾਨ ਖਾਨ ਬਹੁ ਕਰ ਉਪਾਏ। ਅਸਮਾਨ ਖਾਨ ਨੇ ਬੜੇ ਉਪਾਅ ਯਤਨ ਕੀਤੇ ਨੇ ਵੀ ਇਹਨਾਂ ਦੁਸ਼ਮਣਾਂ ਨੂੰ ਰੋਕਣ ਦੇ ਵਾਸਤੇ, ਭਾਵ ਸਿੱਖਾਂ ਨੂੰ ਰੋਕਣ ਵਾਸਤੇ ਆਪਣੇ ਸੂਰਮਿਆਂ ਨੂੰ ਅੱਗੇ ਕੀਤਾ ਜਾਵੇ, ਪਰ ਕੌਣ ਰੁਕੇ ਹੁਣ। ਜਬ ਲਿਖਿਓ ਕਿ ਮੇਰੋ ਹੋਏ ਵਿਨਾਸ਼। ਇਸ ਵੇਲੇ ਉਹਨੇ ਜਾਣਿਆ ਵੀ ਹੁਣ ਤੇ ਮੇਰਾ ਵੀ ਹਸ਼ਰ ਹੈ, ਮੇਰਾ ਵੀ ਅੰਤ ਹੈ। ਤਜ ਸਾਮ ਹਾਏ ਟਰ ਹੋਏ ਪਾਸ। ਉਸ ਵੇਲੇ ਫਿਰ ਆਪ ਸਾਹਮਣਾ ਛੱਡ ਕੇ ਤੇ ਪਿੱਛੇ ਹੋ ਗਿਆ। ਵੇਖੋ ਜੀ ਉਸਮਾਨ ਖਾਨ ਜਿਹੜਾ ਬੜੀਆਂ ਫੜਾ ਮਾਰਦਾ ਸੀਗਾ, ਇਹ ਪੈਦੇ ਖਾਨ ਦਾ ਦਾਮਾਦ, ਉਹਦਾ ਜ਼ਵਾਈ ਹੈ। ਗੁਰਸੈਨਾ ਸਭ ਕੇ ਪਗ ਜਮਾਏ। ਸਤਿਗੁਰੂ ਜੀ ਮਹਾਰਾਜ ਜੀ ਦੀ ਸੈਨਾ ਦੇ ਪੈਰ ਜਮਾ ਕੇ ਭਟ ਕਰੇ ਠਾਂਡ ਰਣ ਲੇਤ ਨਾਏ। ਉਸ ਵੇਲੇ ਮੈਦਾਨੇ ਜੰਗ ਵਿੱਚ ਉਹ ਸੂਰਮੇ ਜਿਹੜੇ ਨੇ ਖੜ ਗਏ ਹਨ ਦੀਵਾਰ ਬਣ ਕੇ। ਔਰ ਇਸੇ ਪ੍ਰਕਾਰ ਉਹਨਾਂ ਨੇ ਜਾਣਿਆ ਕਿ ਹੁਣ ਮੈਦਾਨੇ ਜੰਗ ਦੇ ਵਿੱਚ ਸੋ ਸਾਡੀ ਜਿੱਤ ਹੀ ਜਿੱਤ ਹੈ, ਤੇ ਲਲਕਾਰ ਕੇ ਉਹਨਾਂ ਨੂੰ ਅੱਗੇ ਖੜਿਆਂ ਕਰਦੇ ਹਨ। ਤਬ ਬਿਧੀ ਚੰਦ ਇਮ ਜੀਤ ਪਾਏ। ਇਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਆਪਣੇ ਜਿੱਤ ਦਾ ਜ਼ੋਰ ਪਾ ਕੇ ਗੁਰ ਖਰੇ ਲਰਤ ਚਲ ਨਿਕਟ ਆਏ। ਜਿੱਥੇ ਸਤਿਗੁਰੂ ਜੀ ਮਹਾਰਾਜ ਮੈਦਾਨੇ ਜੰਗ ਵਿੱਚ ਤਿੱਖੇ ਤਿੱਖੇ ਤੀਰ ਛੱਡ ਰਹੇ ਸਨ ਔਰ ਅਕਾਲ ਦਾ ਜਾਪ ਕਰਦੇ ਸਨ, ਤਾਂ ਕਿ ਗੁਰਸਿੱਖਾਂ ਵਿੱਚ ਹੋਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹੀ ਨਿਆਮਤ ਉਹਨਾਂ ਨੂੰ ਹਾਸਲ ਹੋਵੇ, ਉੱਥੇ ਆਏ ਹਨ ਰਿਪੋਰਟ ਦੇਣ ਵਾਸਤੇ। ਸਭ ਕਹੀ ਗਾਥ ਅਨਵਰ ਪਠਾਨ। ਉਸ ਵੇਲੇ ਅਨਵਰ ਪਠਾਨ ਦੀ ਸਾਰੀ ਗਾਥਾ ਦੱਸੀ ਕਿ ਮਹਾਰਾਜ ਉਹ ਸਾਹਮਣੇ ਆ ਗਿਆ ਸੀ, ਉਹਨੇ ਮੈਨੂੰ ਪਛਾਣ ਲਿਆ ਸੀ, ਮੈਨੂੰ ਉਹਨੇ ਕਿਹਾ ਕਿ ਤੈਂ ਮੇਰੀ ਪੱਗ ਲਾਈ ਸੀ, ਗੁਰੂ ਦੀ ਆਗਿਆ ਦੇ ਨਾਲ ਮੈਂ ਤੈਨੂੰ ਮਾਰ ਦਿਆਂਗਾ, ਗੁਰੂ ਨੂੰ ਫੜ ਲਵਾਂਗਾ, ਕਰਤਾਰਪੁਰ ਲੁੱਟ ਲਵਾਂਗੇ, ਗੁਰੂ ਕਾ ਖਜ਼ਾਨਾ ਗੋਲਕ ਖੋਹ ਕੇ ਲੈ ਜਾਵਾਂਗੇ, ਇਹ ਸਾਰਾ ਕੁਝ ਮਹਾਰਾਜ। ਤੇ ਮੈਂ ਉਹਨੂੰ ਗੁਰੂ ਬਖਸ਼ੇ ਬਿਰਦ ਦੁਆਰਾ ਕਿਹਾ ਵੀ ਸੀਗਾ ਵੀ ਭਲਿਆ ਜੇ ਵੀ ਜਾਣਾ ਤੇ ਚੱਲ ਜਾ, ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਾਂਤ ਘਰ ਨੂੰ ਵੀਰ ਰਸ ਦਾ ਰੂਪ ਨਾ ਦਿਖਾਉਣ ਵਾਸਤੇ ਮਜਬੂਰ ਕਰੋ, ਕਿਉਂਕਿ ਸਾਡੇ ਲਈ ਬਾਲਾਚਾਰਗੀ ਹੈ, ਮਾਲਾ ਸਾਡਾ ਪਹਿਲਾ ਹਦਫ ਹੈ, ਪਹਿਲਾ ਨਿਸ਼ਾਨਾ ਹੈ, ਸ੍ਰੀ ਸਾਹਿਬ ਸਾਡੀ ਬਾਤ ਦੀ ਗੱਲ ਹੈ, ਇਸ ਕਰਕੇ ਤੁਸੀਂ ਚਲੇ ਜਾਓ ਤੇ ਚੰਗੀ ਗੱਲ ਆ, ਕਿਉਂ ਐਵੇਂ ਮਰਨਾ ਹੈ, ਜਾਓ ਜਾ ਕੇ ਅੱਲਾ ਅੱਲਾ ਕਰੋ। ਪਰ ਮਹਾਰਾਜ ਉਹ ਨਹੀਂ ਮੰਨਿਆ, ਖੁਰੇ ਮੌਤ ਆਈ ਸੀ ਤੇ ਮਹਾਰਾਜ ਫਿਰ ਉਹਨੇ ਤੀਰ ਵੀ ਮਾਰਿਆ, ਪਹਿਲਾ ਵਾਰ ਵੀ ਕੀਤਾ, ਦੇਖੋ ਮੇਰੇ ਜ਼ਖਮ ਵੀ ਹੋਇਆ,
ਪਰ ਤੁਹਾਡੇ ਬਖਸ਼ੇ ਹੋਏ ਤਾਣ ਦੁਆਰਾ ਇੱਕ ਤੀਰ ਦੇ ਨਾਲ ਮੱਥਾ ਵਿੰਨ ਕੇ ਸੁੱਟਿਆ ਤੇ ਉਹ ਮਰ ਗਿਆ ਹੈ ਮਹਾਰਾਜ। ਇਹ ਸਾਰੀ ਵਾਰਤਾ ਦੱਸੀ ਹੈ। ਰਣ ਲੜ ਤੋਂ ਪਲਟੇ ਹਿਤ ਮਹਾਨ। ਮਹਾਰਾਜ ਇਹ ਬਦਲਾ ਲੈਣ ਵਾਸਤੇ ਲੜਦੇ ਹਾਂ, ਜਦੋਂ ਕਿ ਅਸੀਂ ਧਰਮ ਯੁੱਧ ਵਾਸਤੇ ਲੜਦੇ ਹਾਂ। ਪਹੁੰਚਾਏ ਪਿਸਤ ਨਿਜ ਦਲ ਟਿਕਾਏ। ਇਸ ਤਰ੍ਹਾਂ ਗਰੀਬ ਨਿਵਾਜ ਮਹਾਰਾਜ ਉਹ ਮੈਦਾਨੇ ਜੰਗ ਵਿੱਚ ਮਰ ਗਿਆ ਹੈ। ਤੁਪਕਾਨ ਤਿਆਗ ਤੁਰਕਾਨ ਘਾਏ। ਮਹਾਰਾਜ ਸੋ ਬਹੁਤ ਸਾਰੀਆਂ ਇਹਨਾਂ ਨੇ ਬੰਦੂਕਾਂ ਛੱਡੀਆਂ ਨੇ ਗੁਰਸਿੱਖਾਂ ਨੇ, ਤੇ ਤੁਰਕੜੇ ਜਿਹੜੇ ਹਨ ਮਰ ਮਿਟ ਗਏ ਹਨ। ਬੋਲਰਤ ਸੁਭਟ ਕਮਸਾਨ ਕਾਲ। ਇਸ ਤਰ੍ਹਾਂ ਮਹਾਰਾਜ ਬਹੁਤ ਸਾਰੇ ਸੂਰਮੇ ਸਾਡੇ ਪੱਖ ਤੋਂ ਲੜੇ ਹਨ, ਬੜਾ ਉਹਨਾਂ ਨੇ ਘਸਾਮ ਨਚਾਇਆ ਹੈ। ਦਿਸ਼ਾ ਦਖਣੀ ਰਣ ਕਰਾਲ। ਕਹਿੰਦੇ ਇਸ ਤਰ੍ਹਾਂ ਦੱਖਣੀ ਦਿਸ਼ਾ ਵਾਲੇ ਪਾਸੇ ਭਿਆਨਕ ਬੜਾ ਜੰਗ ਮਚਿਆ ਹੋਇਆ। ਗੁਰ ਫਤਿਹ ਪਈ ਦੁੰਦਬ ਬਜੰਤ। ਇਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਹ ਪਹਿਲਾ ਇੱਕ ਅਧਿਆਇ ਜਿਹੜਾ ਹੈ 23ਵਾਂ ਅਧਿਆਇ 8ਵੀਂ ਰਾਸ ਦਾ, ਇਹ ਸੰਪੂਰਨ ਕਰਦਿਆਂ ਹੋਇਆ ਕਹਿੰਦੇ ਨੇ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਫਤਿਹ ਹੋਈ ਹੈ ਤੇ ਦੁੰਦਬ ਬਜੰਤ ਫਤਿਹ ਦਾ ਨਗਾਰਾ ਵੱਜਿਆ ਹੈ। ਸਭ ਕਹਿਤ ਸ਼ਬਦ ਜੈਕਾਰਵੰਤ। ਸਾਰੇ ਹੀ ਜੈ ਜੈਕਾਰ ਦਾ ਸ਼ਬਦ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਜੈ ਜੈਕਾਰ, ਜਿਵੇਂ ਆ ਕਥਾ ਤੋਂ ਪਹਿਲਾਂ ਮੁੱਖ ਭਾਗ ਮਹਾਰਾਜ ਨੇ ਬਖਸ਼ਿਆ ਸੀ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸੋ ਇਹ ਜੈ ਜੈਕਾਰ ਹੋ ਰਹੀ। 1-2 ਮਿੰਟ ਬਚੇ ਨੇ, ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰ ਲਵਾਂਗੇ, ਉਹਨੂੰ ਅੱਧਾ ਅਧੂਰਾ ਕਿਉਂ ਛੱਡਣਾ ਹੈ। ਆਓ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜਿਨ੍ਹਾਂ ਦੀ ਗੋਦ ਵਿੱਚ ਆਪਾਂ ਬੈਠੇ ਹਾਂ, ਜਿਨ੍ਹਾਂ ਦੇ ਅਸੀਂ ਧੀਆਂ ਪੁੱਤਰ ਹਾਂ, ਜਿਨ੍ਹਾਂ ਦੇ ਸੋ ਧਰਮੀ ਬਾਬਲ ਹੋਣ ਦਾ ਸਾਨੂੰ ਸ਼ਰਫ, ਸਾਨੂੰ ਮਰਾਤਬਾ, ਸਾਨੂੰ ਬਜ਼ੁਰਗੀ, ਸਾਨੂੰ ਵਡਿਆਈ ਹਾਸਲ ਹੈ। ਆਓ ਉਸ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ। ਸੁਖਮਨੀ ਸਾਹਿਬ ਜੀ ਦੀ ਇੱਕ ਤੁਕ ਜੋ ਅਰਦਾਸ ਵਿੱਚ ਆਪਾਂ ਪੜ੍ਹਦੇ ਹਾਂ, ਪਹਿਲਾਂ ਮੈਨੂੰ ਪੜ੍ਹਨ ਦਾ ਮੌਕਾ ਦੇਣਾ, ਫਿਰ ਆਪ ਜੀ ਪਿਆਰ ਦੇ ਨਾਲ ਪੜ੍ਹਨਾ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਹੈ ਸੁਖ ਕਨੇਰੇ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਸਾਰੇ ਜਪੋ। ਤੁਮਰੀ ਕਿਰਪਾ ਸੁਖ ਕਨੇਰੇ। ਵਾਹਿਗੁਰੂ 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 ਧੰਨ ਵਾਹਿਗੁਰੂ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਹੈ ਸੁਖ ਕਨੇਰੇ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਹੈ ਸੁਖ ਕਨੇਰੇ। ਇੱਥੇ ਸਮਾਇਨ ਆਪਣੀ ਮੰਜ਼ਿਲ ਤੇ ਹੈ, ਪਰ ਕਰਨ ਵੀ ਆਪਣੀ ਮੰਜ਼ਿਲ ਤੇ ਹੈ। ਅਗਲੀ ਕਥਾ ਅਗਲੇ ਦੀਵਾਨਾਂ ਵਿੱਚ ਸਮੇਂ ਸਿਰ ਪੁੱਜ ਕੇ ਆਪਾਂ ਸਰਵਣ ਕਰਾਂਗੇ। ਲੇਖਿਆ ਗਣਤ ਨਾ ਛੂਟੀ ਹੈ, ਕਾਚੀ ਭੀਤ ਨਾ ਸੁਧ, ਜਿਸੇ 부ਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਬੋਲਰ ਤੇ ਸੁਭਟ ਕਮਸਾਨ ਕਾਲ, ਇਮ ਦਿਸ਼ਾ ਦਖਣੀ ਰਣ ਕਰਾਲ। ਗੁਰ ਫਤਿਹ ਭਈ ਦੁੰਦਬ ਬਜੰਤ, ਸਭ ਕਹਿਤ ਸ਼ਬਦ ਜੈਕਾਰਵੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।